ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਜੋ ਵਿਦਵਾਨ ਤੇ ਬੰਦਗੀ ਵਾਲੇ ਗੁਰਸਿੱਖ ਐਸੇ ਖਾਲਸੇ ਨੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕੁਝ ਸਾਡੇ ਪ੍ਰਸ਼ਨ ਹਨ, ਵਿਚਾਰ ਰੂਪ ਹੈ ਮਹਾਰਾਜ, ਕਿਉਂਕਿ ਕਈ ਵਾਰ ਪ੍ਰਸ਼ਨ ਚਲਾਕੀ ਨਾਲ ਹੁੰਦਾ ਹੈ। ਜਿਹੜੇ ਚਲਾਕ ਬੰਦੇ ਹਨ ਉਹ ਜਿਹੜੀ ਗੱਲ ਦਾ ਪਤਾ ਹੋਵੇ ਉਹ ਗੱਲ ਪੁੱਛਣਗੇ ਵੀ ਵੇਖੀਏ ਭਲਾ ਇਹਨੂੰ ਪਤਾ ਹੈ ਜਾਂ ਨਹੀਂ ਪਤਾ। ਉਹ ਚਲਾਕੀ ਵਾਲਾ ਜਿਹੜਾ ਪ੍ਰਸ਼ਨ ਹੈ ਚੰਚਲ ਬੁੱਧੀ ਵਾਲਿਆਂ ਦਾ, ਉਹ ਵੀ ਅੱਗੇ ਸੁਣਨ ਵਾਲਾ ਸਮਝ ਜਾਂਦਾ ਹੈ ਵੀ ਇਹ ਚਲਾਕੀ ਨਾਲ ਪ੍ਰਸ਼ਨ ਕਰ ਰਿਹਾ ਹੈ ਜਾਂ ਇਹਨੂੰ ਪਤਾ ਨਹੀਂ। ਫਿਰ ਉਹਦੇ ਹਿਸਾਬ ਦੇ ਨਾਲ ਕਈ ਵਾਰ ਉਹਦਾ ਉੱਤਰ ਨਹੀਂ ਵੀ ਦਿੱਤਾ ਜਾਂਦਾ, ਟਾਲ ਦਿੱਤਾ ਜਾਂਦਾ ਹੈ। ਜਿਹੜਾ ਚਲਾਕ ਬੰਦਾ ਹੈ ਉਹ ਹਰ ਯਤਨ ਇਹ ਕਰੇਗਾ ਵੀ ਮੈਂ ਕਿਵੇਂ ਅੱਗੇ ਹੋਵਾਂ ਸਾਰਿਆਂ ਤੋਂ, ਲੋਕਾਂ ਵਿੱਚ ਇਹ ਗੱਲ ਕਿਵੇਂ ਹੋਵੇ ਵੀ ਮੇਰੇ ਵਰਗਾ ਕੋਈ ਨਹੀਂ। ਉਹ ਬੜੇ ਪ੍ਰਪੰਚ ਕਰਦਾ ਹੈ ਆਪਣੀ ਹੈਸੀਅਤ ਨੂੰ ਵਧਾਉਣ ਦੇ ਵਾਸਤੇ। ਤੇ ਜਿਹੜਾ ਬੰਦਗੀ ਵਾਲਾ ਹੈ ਉਹਦੀ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਹੈਸੀਅਤ ਤਾਂ ਪ੍ਰਮਾਤਮਾ ਦੀ ਹੈ, ਮੇਰੀ ਕੀ ਹੈਸੀਅਤ ਹੈ, ਮੈਂ ਤਾਂ ਕੁਝ ਵੀ ਨਹੀਂ। ਜੋ ਕੁਝ ਸੋਝੀ ਹੈ ਉਹਦੀ ਬਖਸ਼ੀ ਹੋਈ ਹੈ। ਜੇ ਅੱਜ ਕੋਈ ਨੁਕਸ ਪੈ ਜਾਏ ਤੇ ਸਭ ਭੁੱਲ ਜਾਏਗਾ, ਬੰਦਾ ਪਾਗਲ ਹੋਣ ਲੱਗਿਆ ਵੀ ਦੇਰ ਨਹੀਂ ਲੱਗਦੀ। ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਵੀ ਜੋ ਕੁਝ ਵੀ ਸੋਝੀ ਬਖਸ਼ੀ ਹੈ ਉਹ ਪਰਮਾਤਮਾ ਦੀ ਹੈ, ਇਸ ਕਰਕੇ ਮੇਰੀ ਕੋਈ ਹੈਸੀਅਤ ਨਹੀਂ। ਜੋ ਨੇ ਬਖਸ਼ਿਸ਼ ਕੀਤੀ ਹੈ ਇਸ ਕਰਕੇ ਮੈਂ ਸਦਾ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਇਹ ਜਿਹੜਾ ਵਿਦਵਾਨ ਹੋਵੇ ਤੇ ਆਤਮਦਰਸ਼ੀ ਹੋਵੇ ਉਹਦੀ ਇਹ ਸੋਚ ਹੋਏਗੀ। ਜਿਹੜਾ ਇਕੱਲਾ ਵਿਦਵਾਨ ਹੋਏਗਾ ਉਹ ਆਪਦੀ ਹੈਸੀਅਤ ਸਮਝਦਾ ਹੈ ਵੀ ਮੇਰੇ ਵਰਗਾ ਕੋਈ ਨਹੀਂ। ਉਹ ਦੂਜਿਆਂ ਨੂੰ ਹਰ ਗੱਲ ਵਿੱਚ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇਗਾ। ਜਿਹੜੀ ਗੱਲ ਦਾ ਪਤਾ ਹੋਏਗਾ ਉਹੀ ਗੱਲ ਘੁਮਾ ਫਿਰਾ ਕੇ ਪੁੱਛੇਗਾ ਵੀ ਜਿਹਦੇ ਨਾਲ ਅਗਲੇ ਨੂੰ ਨੀਵਾਂ ਵਿਖਾਇਆ ਜਾਵੇ। ਸੋ ਰੋਹ ਵਿਚਾਰ, ਪਰ ਇੱਥੇ ਐਸੀ ਗੱਲ ਨਹੀਂ ਹੈ। ਇੱਥੇ ਤਾਂ ਸਾਰੇ ਖਾਲਸੇ ਨੂੰ ਪਤਾ ਹੈ ਵੀ ਦਸ਼ਮੇਸ਼ ਪਿਤਾ ਜੀ ਸਮਰੱਥ ਹਨ। ਜੋ ਵੀ ਗਿਆਨ, ਜੋ ਵੀ ਸੋਝੀ, ਜੋ ਵੀ ਵਿਦਿਆ ਉਹਨੂੰ ਪ੍ਰਗਟ ਕਰਨ ਵਾਲੇ ਹੀ ਆਪ ਹਨ, ਉਹਦੀ ਰਚਨਾ ਕਰਨ ਵਾਲੇ, ਉਹਨੂੰ ਬਣਾਉਣ ਵਾਲੇ ਹੀ ਆਪ ਹਨ। ਇਸ ਕਰਕੇ ਇਹ ਪ੍ਰਸ਼ਨ ਜਿਹੜੇ ਨਿਮਰਤਾ ਭਾਵ ਦੇ ਨਾਲ ਹਨ। ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ 4 ਵੇਦ 6 ਸ਼ਾਸਤਰ ਪੜ੍ਹਨ ਨਾਲ ਵੀ ਸਾਫ਼ ਨਹੀਂ ਹੁੰਦਾ, ਸਪਸ਼ਟ ਨਹੀਂ ਹੁੰਦਾ, ਉਹ ਪ੍ਰਸ਼ਨ ਸਤਿਗੁਰੂ ਜੀ ਕੋਲ ਪੁੱਛਦੇ ਹਨ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਕਿਉਂਕਿ ਵੇਦਾਂ ਦੇ ਵਿੱਚ ਹੁਣ ਕ੍ਰਿਸ਼ਨ ਜੀ ਨੇ ਗੱਲ ਗੀਤਾ ਵਿੱਚ ਕਹਿ ਦਿੱਤੀ ਵੀ ਤ੍ਰੈਗੁਣ ਵਿਸ਼ਿਆ ਵੇਦਾ। ਵੇਦ ਸਿਰਫ 3 ਗੁਣਾਂ ਦੀ ਗੱਲ ਕਰਦੇ ਹਨ ਤੇ 3 ਗੁਣ ਅਗਿਆਨ ਤੋਂ ਪੈਦਾ ਹੋਏ ਹਨ ਤੇ 3 ਗੁਣਾਂ ਦਾ ਸੁਮੇਲ ਮਾਇਆ ਹੈ। ਸੋ ਰੋਹ ਵਿਚਾਰ, ਸੋ ਜਿਨ੍ਹਾਂ ਨੂੰ ਇਹ ਸੋਝੀ ਹੈ ਉਹ ਫਿਰ ਨਿਮਰਤਾ ਭਾਵ ਦੇ ਨਾਲ ਬੇਨਤੀ ਕਰਦੇ ਹਨ ਵੀ ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ
ਜਿਹੜੀ ਗੱਲ ਨਹੀਂ ਸਮਝ ਵਿੱਚ ਆਉਂਦੀ ਉਹ ਸਤਿਗੁਰੂ ਮਹਾਰਾਜ ਦੇ ਹਜ਼ੂਰ ਸਤਿਗੁਰੂ ਜੀ ਸਮਝਾ ਸਕਦੇ ਹਨ। ਇਸ ਕਰਕੇ ਨਿਮਰਤਾ ਭਾਵ ਨਾਲ ਬੇਨਤੀ ਕੀਤੀ ਵੀ ਮਹਾਰਾਜ ਬੇਨਤੀ ਹੈ ਪਹਿਲਾਂ ਕਰਮਾਂ ਦੇ ਬਾਰੇ ਦੱਸੋ। ਹੁਣ ਸਤਿਗੁਰੂ ਜੀ ਅੰਤਰਜਾਮੀ ਜਾਣਦੇ ਹਨ ਵੀ ਅੱਗੇ ਵੀ ਇਹਨਾਂ ਨੇ ਪੁੱਛਣਾ ਹੈ, ਖਾਲੀ ਕਰਮਾਂ ਤੱਕ ਗੱਲ ਨਹੀਂ ਹੈ, ਅੱਗੇ ਵੀ ਪੁੱਛਣਗੇ ਬਹੁਤ ਕੁਝ। ਹੁਣ ਸਤਿਗੁਰੂ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਮੇਰਾ ਰੂਪ, ਮੇਰੇ ਵਿੱਚ ਤੇ ਭਾਈ ਦਇਆ ਸਿੰਘ ਵਿੱਚ ਕੋਈ ਭੇਦ ਨਹੀਂ। ਜਿੱਥੇ ਭਾਈ ਦਇਆ ਸਿੰਘ ਜੀ ਵਿਦਵਾਨ ਸਨ ਉੱਚ ਕੋਟੀ ਦੇ, ਉੱਥੇ ਬ੍ਰਹਮ ਗਿਆਨੀ ਵੀ ਸਨ ਤੇ ਉੱਥੇ ਸਤਿਗੁਰੂ ਦੇ ਸਭ ਤੋਂ ਜ਼ਿਆਦਾ ਪਿਆਰੇ ਜਿਨ੍ਹਾਂ ਨੇ ਸਭ ਤੋਂ ਪਹਿਲੇ ਸੀਸ ਭੇਟ ਕੀਤਾ, ਸਭ ਤੋਂ ਜ਼ਿਆਦਾ ਪਿਆਰੇ ਤੇ ਵਿਦਵਾਨ ਵੀ ਤੇ ਬ੍ਰਹਮ ਗਿਆਨੀ ਵੀ ਤੇ ਗੁਰੂ ਦੀ ਕਿਰਪਾ ਇਹ ਇਦੋਂ ਵੱਧ ਹੋਰ ਕੀ ਕਿਰਪਾ ਹੋਏਗੀ ਜਦੋਂ ਸਰਬ ਕਲਾ ਸਮਰੱਥ ਸਰਬ ਸ਼ਕਤੀਮਾਨ ਦਸ਼ਮੇਸ਼ ਪਿਤਾ ਜੀ ਨੇ ਕਹਿ ਦਿੱਤਾ ਵੀ ਭਾਈ ਦਇਆ ਸਿੰਘ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ। ਇਸ ਲਈ ਹੁਣ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਭਾਈ ਦਇਆ ਸਿੰਘ ਜੀ ਦੇਣਗੇ। ਇਉਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਦੀਵਾਨ 'ਚੋਂ ਉੱਠ ਕੇ ਸਾਰਿਆਂ ਦੇ ਸਤਿਕਾਰਯੋਗ ਹੁੰਦੇ ਹੋਏ ਮਹਿਲਾਂ ਵਿੱਚ ਚਲੇ ਜਾਂਦੇ ਹਨ। ਹੁਣ ਸਾਰਾ ਖਾਲਸਾ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕਰਦਾ, ਮਹਾਰਾਜ ਕਰਮਾਂ ਦੇ ਬਾਰੇ ਦੱਸੋ। ਉਹ ਕਰਮ ਨਿਰਣੈ ਦੀ ਵਿਚਾਰ ਆਪਾਂ ਪਿਛਲੇ 5 ਦਿਨਾਂ ਦੇ ਵਿੱਚ ਮਸਾਂ ਹੀ ਉਸ ਨੂੰ ਸਿਰੇ ਲਗਾਇਆ ਹੈ, ਕਿਉਂਕਿ ਵਿਚਾਰ 'ਚੋਂ ਅੱਗੇ ਵਿਚਾਰ ਨਿਕਲੀ ਜਾਂਦੀ ਹੈ। ਉਹਨੂੰ ਸਪਸ਼ਟ ਕਰਦਿਆਂ ਸੋ ਅਖੀਰ ਵਿੱਚ ਕੱਲ੍ਹ ਦੇ ਪ੍ਰਕਰਣ ਵਿੱਚ ਆਪਾਂ ਸੁਣਿਆ ਸੀ ਵੀ ਆਮ ਲੋਕਾਂ ਵਾਸਤੇ ਕਰਮ ਬੰਧਨ ਹਨ। ਅਵश्य ਮੁਕਤਬਿਅਮ ਕਰਮੰ ਫਲੰ ਸੁਭਾ ਸੁਭੰ, ਚੰਗੇ ਮਾੜੇ ਕਰਮਾਂ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ। ਹੁਣ ਇਹ ਫਲ ਤਾਂ ਬ੍ਰਹਮਾ ਵਿਸ਼ਨ ਮਹੇਸ਼ ਨੂੰ ਵੀ ਭੋਗਣਾ ਪਿਆ, ਕਰਮਾਂ ਦਾ ਫਲ। ਰਾਮਚੰਦਰ ਜੀ ਨੇ ਓਲੇ ਹੋ ਕੇ ਬਾਲੀ ਨੂੰ ਤੀਰ ਮਾਰਿਆ ਸੀ, ਉਹ ਕਰਮ ਉਹਨਾਂ ਦਾ ਬਣ ਗਿਆ ਤੇ ਉਹਦਾ ਫਲ ਜਦੋਂ ਕ੍ਰਿਸ਼ਨ ਰੂਪ ਦੇ ਵਿੱਚ ਹੋਏ ਜੋ ਬਾਲੀ ਜਿਹੜਾ ਸੀ ਉਹ ਬੱਧਕ ਬਣਿਆ ਤੇ ਕ੍ਰਿਸ਼ਨ ਜੀ ਨੂੰ ਓਲੇ ਹੋ ਕੇ ਉਹਨੇ ਤੀਰ ਮਾਰਿਆ ਸੀ ਪੈਰ ਦੇ ਵਿੱਚ, ਬਾਲੀ ਵੀ ਮਰ ਗਿਆ ਸੀ ਤੇ ਮਰ ਕ੍ਰਿਸ਼ਨ ਜੀ ਵੀ ਗਏ ਸਨ ਉਸੇ ਤੀਰ ਦੇ ਨਾਲ। ਭਾਈ ਗੁਰਦਾਸ ਜੀ ਨੇ ਵੀ ਉਹ ਪ੍ਰਮਾਣ ਦਿੱਤਾ ਹੈ ਕਿ ਪ੍ਰਭਾਸ ਖੇਤਰ ਵਿੱਚ ਕ੍ਰਿਸ਼ਨ ਜੀ ਲੇਟੇ ਹੋਏ ਹਨ, ਗੋਡੇ ਉੱਪਰ ਆਪਣੀ ਸੱਜੀ ਲੱਤ ਰੱਖੀ ਹੋਈ ਹੈ, ਪੈਰ ਰੱਖਿਆ ਹੋਇਆ ਹੈ, ਚਰਨ ਕਮਲ ਵਿੱਚ ਪਦਮ ਹੈ, ਚਮਕੇ ਵਾਂਗੇ ਝਿਲਮਿਲ ਤਾਰੇ। ਬਦਕ ਨੇ ਵੇਖਿਆ ਵੀ ਕਿਤੇ ਹਰਨ ਦੀ ਅੱਖ ਹੈ, ਉਸ ਨੇ ਉਹ ਪਦਮ ਰੇਖਾ ਦਾ ਨਿਸ਼ਾਨਾ ਲੈ ਕੇ ਉੱਥੇ ਤੀਰ ਮਾਰਿਆ ਜਿੱਥੋਂ ਚਮਕ ਹੋ ਰਹੀ ਸੀ। ਉਸ ਤੀਰ ਦੇ ਨਾਲ ਹੀ ਕ੍ਰਿਸ਼ਨ ਜੀ ਦੀ ਮੌਤ ਹੋ ਗਈ। ਵੀ ਉਹ ਕਰਮ ਅਵਤਾਰ ਸਨ ਵਿਸ਼ਨੂੰ ਜੀ ਦਾ ਅਵਤਾਰ, ਉਹ ਵੀ ਆਪਦੇ ਕਰਮ ਨੂੰ ਮਿਟਾ ਨਹੀਂ ਸਕੇ। ਵਿਸ਼ਨੂੰ ਜੀ ਨੂੰ ਵੀ ਕਰਮਾਂ ਦਾ ਫਲ ਭੋਗਣਾ ਪਿਆ। ਨਾਰਦ ਮੁਨੀ ਦੇ ਸ਼ਰਾਪ ਕਰਕੇ ਸੀਤਾ ਲਛਮਣ ਵਿਛੜ ਗਿਆ, ਉਹ ਵੀ ਨਾਰਦ ਦਾ ਸ਼ਰਾਪ ਕਹਿੰਦੇ। ਜੇ ਬ੍ਰਹਮਾ ਨੂੰ ਸ਼ਰਾਪ ਕਿਸੇ ਰਿਸ਼ੀ ਦਾ ਮਿਲਿਆ ਉਹਨੂੰ ਵੀ ਫਲ ਭੋਗਣਾ ਪਿਆ। ਇਹ ਵੀ ਨਹੀਂ ਬਚੇ ਤਿੰਨੇ ਕਰਮਾਂ ਦੇ ਫਲ ਭੋਗਣ ਤੋਂ ਬਗੈਰ। ਮਹਾਰਾਜ ਫਿਰ ਦੱਸੋ ਇਹਨਾਂ ਦੇ ਬਾਰੇ। ਅਖੀਰ ਵਿੱਚ ਇਹ ਵਿਚਾਰ ਹੋਈ ਕਿ ਜਿਹੜੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ
ਉਹਨਾਂ ਦੇ ਜਿਹੜੇ ਸੰਚਿਤ ਕਰਮ ਹਨ ਉਹ ਬ੍ਰਹਮ ਅਗਨੀ ਦੇ ਨਾਲ, ਗਿਆਨ ਰੂਪੀ ਅਗਨੀ ਦੇ ਨਾਲ ਦਗਧ ਹੋ ਜਾਂਦੇ ਹਨ, ਸੜ ਜਾਂਦੇ ਹਨ, ਜਮ੍ਹਾਂ ਕੀਤੇ ਹੋਏ। ਅੰਤਹਿਕਰਨ ਵੀ ਉੱਥੇ ਨਹੀਂ ਰਹਿੰਦਾ। ਫਿਰ ਜਿਵੇਂ ਕਿਸੇ ਘਰ ਵਿੱਚ ਅਨਾਜ ਰੱਖਿਆ ਹੋਵੇ, ਉਹ ਘਰ ਨੂੰ ਹੀ ਅੱਗ ਲੱਗ ਜਾਏ, ਘਰ ਦੇ ਸਮੇਤ ਅਨਾਜ ਸੜ ਜਾਂਦਾ ਹੈ। ਫਿਰ ਸੜਿਆ ਹੋਇਆ ਅਨਾਜ ਉੱਗਦਾ ਨਹੀਂ। ਇਸੇ ਤਰ੍ਹਾਂ ਹੀ ਉਹਨਾਂ ਦੇ ਸੰਚਿਤ ਜਮ੍ਹਾਂ ਕਰਮ ਜਿਹੜੇ ਹਨ ਉਹ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਸੜ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਤੇ ਕਿਰੇਮਾਨ ਜੋ ਕੁਝ ਉਹ ਕਰਦੇ ਹਨ ਉਹਦੇ ਵਿੱਚ ਉਹਨਾਂ ਦਾ ਹੰਕਾਰ ਨਹੀਂ ਹੁੰਦਾ, ਕਿਉਂਕਿ ਹੰਕਾਰ ਜਦੋਂ ਖਤਮ ਹੋਏਗਾ ਤਾਂ ਹੀ ਗਿਆਨ ਹੋਏਗਾ। ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਹੰਕਾਰ ਨਹੀਂ ਰਹਿੰਦਾ। ਤੇ ਹੰਕਾਰ ਤੋਂ ਬਿਨਾਂ ਸੁਦੇ ਸਿੱਧ ਜੋ ਹੋ ਰਿਹਾ ਹੈ ਉਹ ਕਰਮਾਂ ਦਾ ਫਲ ਬ੍ਰਹਮ ਗਿਆਨੀ ਨੂੰ ਨਹੀਂ ਮਿਲਦਾ, ਭਾਵੇਂ ਉਹ ਚੰਗੇ ਹੋਣ ਭਾਵੇਂ ਉਹ ਮਾੜੇ ਹੋਣ। ਸੁਦੇ ਸਿੱਧ ਜੋ ਹੋ ਜਾਣ ਉਹਦਾ ਫਲ ਉਹਨਾਂ ਨੂੰ ਮਿਲਦਾ ਨਹੀਂ। ਤੇ ਪ੍ਰਾਰਬਧ ਵਿੱਚ ਜਿਹੜਾ ਕਰਮ ਆ ਜਾਵੇ, ਪ੍ਰਾਰਬਧ ਕਹਿੰਦੇ ਵੀ ਜਿਨ੍ਹਾਂ ਕਰਮਾਂ ਕਰਕੇ ਇਹ ਸਾਨੂੰ ਸਰੀਰ ਮਿਲਿਆ ਹੈ। ਜਿਵੇਂ ਬੰਦੂਕ ਚੋਂ ਨਿਕਲੀ ਹੋਈ ਗੋਲੀ, ਧਨੁਖ ਚੋਂ ਨਿਕਲਿਆ ਹੋਇਆ ਤੀਰ, ਉਹ ਫਿਰ ਆਪਦੀ ਤਾਕਤ ਖਤਮ ਕਰਕੇ ਹੀ ਸ਼ਾਂਤ ਹੋਏਗਾ। ਇਸੇ ਤਰ੍ਹਾਂ ਪ੍ਰਾਰਬਧ ਵਿੱਚ ਜਿਹੜਾ ਕਰਮ ਆ ਗਿਆ ਉਹ ਬ੍ਰਹਮ ਗਿਆਨੀ ਵੀ ਭੋਗਦਾ ਹੈ। ਸੋ ਇਹ ਵਿਚਾਰ ਕੱਲ੍ਹ ਆਪਾਂ ਬੜੇ ਵਿਸਥਾਰ ਦੇ ਨਾਲ ਸਰਵਣ ਕੀਤੀ ਸੀ। ਹੁਣ ਜੇ ਆਪਾਂ ਉਹੀ ਵਿਆਖਿਆ ਫਿਰ ਦੁਬਾਰੇ ਕਰਦੇ ਜਾਵਾਂਗੇ ਤੇ ਫਿਰ ਗੱਲ ਬਹੁਤੀ ਵੱਧ ਜਾਏਗੀ, ਕਿਉਂਕਿ ਆਪਾਂ ਹੁਣ ਅੱਗੇ ਵੀ ਤੁਰਨਾ ਹੈ। ਅੱਗੇ ਫਿਰ ਹੁਣ ਇਹ ਤੋਂ ਬਾਅਦ ਫਿਰ ਹੋਰ ਹੁਣ ਡੂੰਘੇ ਪ੍ਰਸ਼ਨ ਕੀਤੇ ਹਨ। 15 ਇਕੱਠੇ ਹੀ ਖਾਲਸੇ ਨੇ, ਉਹ 2 ਅਧਿਆਇ ਦੇ ਵਿੱਚ ਪੂਰੇ ਹੋਣਗੇ। 42 ਤੇ 43ਵੇਂ ਅਧਿਆਇ ਦੇ ਵਿੱਚ ਉਹਨਾਂ ਦਾ ਉੱਤਰ ਆਏਗਾ। ਉਹ ਬੜੇ ਹੀ ਸੂਖਮ ਹਨ ਤੇ ਬੜੇ ਧਿਆਨ ਦੇ ਨਾਲ ਸੁਣਨਾ ਪਵੇਗਾ, ਬਹੁਤੀ ਇਕਾਗਰਤਾ ਦੇ ਨਾਲ। ਜਿਹੜੇ ਤਾਂ ਕੁਝ ਬੰਦਗੀ ਕਰਦੇ ਹਨ, ਨਾਮ ਜਪਦੇ ਹਨ, ਉਹਨਾਂ ਦੀ ਸਮਝ ਵਿੱਚ ਉਹ ਸੌਖੇ ਆ ਜਾਣਗੇ। ਅੱਜ ਦੀ ਵਿਚਾਰ ਸੌਖੀ ਸਮਝ ਆ ਜਾਏਗੀ, ਬੜੀ ਸੂਖਮ ਵਿਚਾਰ ਹੈ। ਜਿਹੜੇ ਸਰੋਤੇ ਹਨ ਚੰਗੇ ਨਾ, ਜਿਨ੍ਹਾਂ ਦੀ ਬੁੱਧੀ ਤੇਜ਼ ਹੈ, ਦਿਮਾਗ ਤੇਜ਼ ਹੈ, ਉਹ ਵੀ ਸਮਝ ਲੈਣਗੇ। ਇਸ ਕਰਕੇ ਹੁਣ ਅਗਲੀ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਰਾ ਪੁਨ ਸਿੰਗਨ ਪੂਜਨ ਕਰਿਓ, ਕਹੋ ਰੂਪ ਅਗਿਆਨ। ਸੋ ਸਿੰਘ ਪੁੱਛਣ ਲੱਗੇ, ਭਾਈ ਦਇਆ ਸਿੰਘ ਜੀ, ਅਗਿਆਨ ਦਾ ਰੂਪ ਦੱਸੋ ਕੀ ਹੈ। ਅਗਿਆਨ ਕਹਿੰਦੇ ਹਨ ਨਾ ਜਾਣਨ ਦੀ ਦਸ਼ਾ, ਇਸ ਦਾ ਨਾਮ ਅਗਿਆਨ ਹੈ। ਸੋ ਮਹਾਰਾਜ ਇਹਦਾ ਰੂਪ ਦੱਸੋ ਵੀ ਇਹ ਕੀ ਹੈ, ਇਹ ਕਿਵੇਂ ਹੋਇਆ, ਇਹਦੇ ਬਾਰੇ ਦੱਸੋ। ਮਾਇਆ ਮੋਰ ਅਵਿਦਿਆ ਬੰਧਨ ਮੋਖ ਬਖਾਨ। ਫਿਰ ਮਹਾਰਾਜ ਮਾਇਆ ਦੇ ਬਾਰੇ ਦੱਸੋ। ਮਾਇਆ ਕਹਿੰਦੇ ਹਨ ਜੋ ਜਗਤ ਰਚਨਾ ਦਾ ਕਾਰਨ ਰੂਪ ਈਸ਼ਵਰ ਦੀ ਸ਼ਕਤੀ
ਇਸ ਨੂੰ ਮਾਇਆ ਕਿਹਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤਾ ਸੌਖਾ ਦੱਸ ਦਿੱਤਾ ਵੀ ਇਹ ਮਾਇਆ ਜਿਤ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਵੀ ਇਹ ਮਾਇਆ ਹੈ ਜਿਸ ਕਰਕੇ ਵਾਹਿਗੁਰੂ ਭੁੱਲ ਜਾਵੇ, ਅੰਦਰ ਮੋਹ ਪੈਦਾ ਹੋਵੇ ਤੇ ਦੁਐਤ ਭਾਵ ਈਰਖਾ ਅੰਦਰ ਪੈਦਾ ਹੋਵੇ। ਇਹ ਸਭ ਮਾਇਆ ਹੀ ਹੈ। ਸੋ ਅੱਗੇ ਫਿਰ ਕਹਿੰਦੇ ਅਵਿਦਿਆ ਕੀ ਹੈ। ਹੁਣ ਇਹਦਾ ਰੂਪ ਅੱਗੇ ਵਿਸਥਾਰ ਨਾਲ ਦੱਸਣਗੇ, ਪਰ ਆਪਾਂ ਅੱਖਰੀ ਅਰਥ ਦੇ ਕਰੀ ਚੱਲਦੇ ਹਾਂ। ਮਾਇਆ ਹੈ ਜਗਤ ਰਚਨਾ ਦਾ ਕਾਰਨ, ਈਸ਼ਵਰ ਦੀ ਸ਼ਕਤੀ। ਇਹਨੂੰ ਕਪਟ ਵੀ, ਛਲ ਨੂੰ ਵੀ ਮਾਇਆ ਕਿਹਾ ਜਾਂਦਾ ਹੈ। ਅਵਿਦਿਆ ਕਹਿੰਦੇ ਹਨ ਮਾਇਆ ਦੀ ਉਹ ਦਸ਼ਾ ਜੋ ਜੀਵ ਆਤਮਾ ਨੂੰ ਅਗਿਆਨ ਦੇ ਬੰਧਨ ਵਿੱਚ ਫਸਾਉਂਦੀ ਹੈ। ਉਹ ਮਾਇਆ ਦੀ ਉਹ ਦਸ਼ਾ ਕਹਿ ਲਓ, ਹਾਲਤ ਕਹਿ ਲਓ, ਉਹ ਅਵਸਥਾ ਕਹਿ ਲਓ, ਜੋ ਜੀਵ ਆਤਮਾ ਨੂੰ ਅਗਿਆਨ ਦੇ ਬੰਧਨ ਵਿੱਚ, ਬੇਸਮਝੀ ਅਗਿਆਨ ਦੇ ਬੰਧਨ ਵਿੱਚ ਫਸਾ ਦਿੰਦੀ ਹੈ, ਉਹ ਮਾਇਆ ਹੈ। ਅੱਗੇ ਦੱਸਦੇ ਹਨ ਬੰਧਨ ਮੋਖ ਬਖਾਨ। ਤੇ ਬੰਧਨ ਕੀ ਹੈ ਤੇ ਮੋਖ ਕੀ ਹੈ, ਇਹਦੇ ਬਾਰੇ ਦੱਸੋ ਮਹਾਰਾਜ। ਇਹ 5 ਪ੍ਰਸ਼ਨ ਹੋ ਗਏ। ਅਗਿਆਨ, ਮਾਇਆ, ਅਵਿਦਿਆ, ਬੰਧਨ, ਮੋਖ। ਸੋ ਮਹਾਰਾਜ ਇਹਨਾਂ ਦੇ ਬਾਰੇ ਦੱਸੋ ਵੀ ਬੰਧਨ ਕੀ ਹੈ। ਬੰਧਨ ਦਾ ਮਤਲਬ ਹੁੰਦਾ ਹੈ ਕਿਸੇ ਗੱਲ ਵਿੱਚ ਉਲਝ ਜਾਣਾ, ਫਸ ਜਾਣਾ, ਜੰਜਾਲ ਵਿੱਚ ਫਸ ਜਾਣਾ, ਉਹ ਤੋਂ ਨਿਕਲਿਆ ਨਾ ਜਾਣਾ, ਇਹ ਬੰਧਨ ਹੈ। ਹੁਣ ਕਰਮਾਂ ਦੇ ਐਸੇ ਬੰਧਨ, ਐਸਾ ਜਾਲ ਹੈ ਵੀ ਇਹਦੇ ਵਿੱਚੋਂ ਬੰਦਾ ਫਸਿਆ ਹੋਇਆ ਨਿਕਲ ਨਹੀਂ ਸਕਦਾ। ਤੇ ਮੋਖ ਕੀ ਹੈ? ਉਹ ਹੈ ਸੰਸਾਰ ਦੁੱਖਾਂ ਤੋਂ ਨਿਵਰਤੀ ਤੇ ਪਰਮਾ ਆਨੰਦ ਦੀ ਪ੍ਰਾਪਤੀ। ਇਹ ਮੋਖ ਹੋ ਗਈ, ਇਹਦਾ ਨਾਮ ਮੁਕਤੀ ਹੈ। ਤੇ ਹੁਣ ਅੱਗੇ ਹੋਰ ਦੱਸ ਰਹੇ ਹਨ ਜੋ ਕੋਈ ਜਾਗਰਤ ਸੁਪਨਕ ਕੋਪਤ ਤੀਨ। ਇਹ 3 ਅਵਸਥਾ ਬਾਰੇ ਦੱਸੋ ਵੀ ਜਾਗਰਤ ਅਵਸਥਾ ਕੀ ਹੈ ਤੇ ਸੁਪਨਾ ਕੀ ਹੈ ਤੇ ਸੁਖੋਪਤੀ ਗਾੜੀ ਨੀਂਦ ਕੀ ਚੀਜ਼ ਹੈ। ਇਹ ਤਿੰਨਾਂ ਦੇ ਬਾਰੇ ਦੱਸੋ। 8 ਪ੍ਰਸ਼ਨ ਹੋ ਗਏ। ਇਹ ਅਵਸਥਾ ਕਹੋ ਪ੍ਰਵੀਨ। ਆਪ ਬੜੇ ਸਿਆਣੇ ਹੋ, ਨਿਪੁੰਨ ਹੋ ਭਾਈ ਦਇਆ ਸਿੰਘ ਜੀ, ਇਹ ਅਵਸਥਾ ਦੱਸੋ ਸਾਨੂੰ। ਮੁਰਛਾ ਰੂਪ ਸਮਾਦ ਕਹੀਜੈ। ਫਿਰ ਇਹ ਵੀ ਦੱਸੋ ਜਦੋਂ ਬੰਦਾ ਬੇਹੋਸ਼ ਹੋ ਜਾਂਦਾ ਹੈ, ਹੋਸ਼ ਨਹੀਂ ਰਹਿੰਦੀ, ਕਿਤੇ ਤਗੜੀ ਸੱਟ ਲੱਗ ਜਾਏ, ਬੇਹੋਸ਼ ਹੋ ਜਾਂਦਾ ਹੈ, ਉਹ ਬੇਹੋਸ਼ੀ ਦੀ ਅਵਸਥਾ ਉਹ ਕੀ ਚੀਜ਼ ਹੈ, ਇਹ ਵੀ ਦੱਸੋ। ਫਿਰ ਸਮਾਧੀ ਕੀ ਹੋਈ, ਇਹ ਵੀ ਦੱਸੋ ਮਹਾਰਾਜ। ਫਿਰ ਜਿਹੜੀ ਬ੍ਰਹਮ ਗਿਆਨ ਦੀ ਅਵਸਥਾ, ਜਿਹਨੂੰ ਤੁਰਿਆ ਅਵਸਥਾ ਕਹਿੰਦੇ ਹਨ। 3 ਵਿਆਪੈ ਜਗਤ ਕੋ ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸਿਆ ਸੋਏ। ਤੁਰਿਆ ਅਵਸਥਾ ਦੀ ਪ੍ਰਾਪਤੀ ਵਾਲੇ ਨੂੰ ਹੀ ਸੰਤ ਕਿਹਾ ਹੈ। ਗੱਲਾਂ ਬਾਤਾਂ ਦੇ ਨਾਲ ਕੋਈ ਸੰਤ ਨਹੀਂ ਬਣ ਸਕਦਾ। ਉਹ ਤਾਂ ਇੱਕ ਜੀਵਨ ਦੀ ਕਲਾ ਹੈ, ਅਵਸਥਾ ਹੈ, ਤੁਰਿਆ ਅਵਸਥਾ। ਗੁਰਬਾਣੀ ਦਾ ਫਰਮਾਨ ਹੈ ਉਹ ਅਵਸਥਾ ਦੀ ਪ੍ਰਾਪਤੀ ਵਾਲਾ ਕੋਈ ਕੋਈ ਹੈ। ਤੁਰਿਆ ਪਾਵੇ ਕੋਈ 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 ਹੈ। ਕੋਟ ਮਧੇ ਕੋ ਸੰਤ ਦਿਖਾਇਆ, ਕਰੋੜਾਂ ਵਿੱਚ ਕੋਟਲ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ।
ਉਹ ਵੀ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੈ ਜਿਹਦੇ ਚਿੱਤੇ ਅੰਦਰ ਹਮੇਸ਼ਾ ਵਾਹਿਗੁਰੂ ਗੁਰੂ ਮੰਤਰ ਦਾ ਸਿਮਰਨ ਚੱਲ ਰਿਹਾ ਹੈ। ਉਹ ਵੀ ਕਰੋੜਾਂ ਤੋਂ ਇੱਕ ਅੱਧਾ ਹੀ ਹੈ। ਇਉਂ ਤੁਰਿਆ ਅਵਸਥਾ ਦਾ ਵੀ ਰੂਪ ਦੱਸੋ ਮਹਾਰਾਜ। ਇੱਕ ਸਾਖੀ ਅਰ ਜੀਵ ਜੇ ਹੋਏ। ਫਿਰ ਤੁਰਿਆ ਅਵਸਥਾ ਤੇ ਅੱਗੇ ਇੱਕ ਸਾਖੀ ਆ ਗਿਆ। ਸਾਖੀ ਕਹਿੰਦੇ ਹਨ ਜਿਹੜਾ ਗਵਾਹ ਹੈ, ਦ੍ਰਿਸ਼ਟਾ ਹੈ, ਵੇਖਣ ਵਾਲਾ ਹੈ, ਜਾਣਨ ਵਾਲਾ, ਦੱਸਣ ਵਾਲਾ, ਦ੍ਰਿਸ਼ਟਾ ਵੇਖ ਰਿਹਾ, ਪਾਸੇ ਹੋ ਕੇ ਵੇਖ ਰਿਹਾ ਹੈ। ਜਿਵੇਂ ਹੁਣ ਆਪਾਂ ਇੱਕ ਪਾਸੇ ਖਲੋਤੇ ਹੋਈਏ, ਨਗਰ ਕੀਰਤਨ ਜਾ ਰਿਹਾ ਹੈ, ਆਪਾਂ ਖਲੋਤੇ ਇੱਕ ਥਾਂ ਤੇ ਵੇਖੀ ਜਾਂਦੇ ਹਾਂ ਕੌਣ ਕੌਣ ਜਾ ਰਿਹਾ, ਕਿਵੇਂ ਕਿਵੇਂ ਕੀ ਹੋ ਰਿਹਾ ਹੈ। ਉਹ ਦ੍ਰਿਸ਼ਟਾ ਇੱਕ ਪਾਸੇ ਖਲੋ ਕੇ ਵੇਖਣਾ, ਪ੍ਰਕਿਰਿਆ ਚੱਲੀ ਜਾ ਰਹੀ ਹੈ। ਨਗਰ ਕੀਰਤਨ ਜਾ ਰਿਹਾ, ਆਪਾਂ ਇੱਕ ਥਾਂ ਤੇ ਖਲੋ ਗਏ, ਖਲੋ ਕੇ ਉਹਨੂੰ ਵੇਖ ਰਹੇ ਹਾਂ, ਵੇਖ ਕੇ ਸਮਝ ਰਹੇ ਹਾਂ, ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਵੀ ਕੀ ਹੋ ਰਿਹਾ, ਕਿੱਦਾਂ ਹੋ ਰਿਹਾ ਹੈ। ਇਹਨੂੰ ਸਾਖੀ ਕਹਿੰਦੇ ਹਨ। ਤੇ ਜੀਵ ਕਿਵੇਂ ਬਣ ਗਿਆ, ਜੀਵ ਕੀ ਹੈ, ਇਹਦੇ ਬਾਰੇ ਵੀ ਦੱਸੋ ਮਹਾਰਾਜ। ਜਸ ਇਨ ਰੂਪ ਬਖਾਨ ਹੋਏ। ਸੋ ਜਿਹੋ ਜਿਹਾ ਇਹਨਾਂ ਦਾ ਰੂਪ ਹੈ ਉਹ ਦੱਸੋ ਮਹਾਰਾਜ। ਉਨਹੋ ਬ੍ਰਹਮ ਨਿਰਣੈ ਕਰ ਲੋ। ਫਿਰ ਬ੍ਰਹਮ ਦਾ ਨਿਰਣੈ ਕਰਕੇ ਦੱਸੋ ਵੀ ਬ੍ਰਹਮ ਕੀ ਚੀਜ਼ ਹੈ, ਬ੍ਰਹਮ ਕਿਹਨੂੰ ਕਹਿੰਦੇ ਹਨ, ਇਹਦਾ ਵੀ ਨਿਰਣਾ ਕਰਕੇ ਦੱਸੋ। ਪੰਜ ਕੋਟ ਕੋ ਰੂਪ ਸੋ ਕਹੋ। ਇਸੇ ਤਰ੍ਹਾਂ ਫਿਰ 5 ਕੋਸ਼ ਹਨ ਸਾਡੇ ਸਰੀਰ ਅੰਦਰ, 5 ਪਰਦੇ ਹਨ, 5 ਮਿਆਨ ਹਨ, ਜਿਨ੍ਹਾਂ 5 ਪਰਦਿਆਂ ਅੰਦਰ ਆਤਮਾ ਰਹਿੰਦੀ ਹੈ। ਸ਼ੁੱਧ ਜੋਤੀ ਸਰੂਪ ਹੈ ਆਤਮਾ, ਇਉਂ ਕਹਿ ਲਓ। ਇੱਕ ਬਹੁਤ ਵਧੀਆ ਸਾਫ ਸੁਥਰਾ ਲੈਂਪ ਜਗ ਰਿਹਾ ਹੈ, ਦੀਵਾ ਜਗ ਰਿਹਾ ਹੈ, ਜੋਤ ਜਗ ਰਹੀ ਹੈ, ਬਿਲਕੁਲ ਸਾਫ ਹੈ। ਉਹਦੇ ਉੱਪਰ ਫਿਰ 1 2 3 4 5 ਪਰਦੇ ਪਾ ਦਿੱਤੇ। ਤੋ ਜਦੋਂ 5ਵਾਂ ਪਰਦਾ ਪੈਂਦਾ ਹੈ ਉਹ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਕੋਈ ਜੋਤ ਵੀ ਜਗ ਰਹੀ ਹੈ, ਕੋਈ ਪ੍ਰਕਾਸ਼ ਦਿਖਾਈ ਨਹੀਂ ਦਿੰਦਾ ਉਹਦਾ। ਇਸੇ ਤਰ੍ਹਾਂ ਜੋ ਆਤਮਾ ਹੈ ਸਾਡਾ, ਉਹਨੂੰ ਢੱਕਣ ਵਾਲੇ 5 ਕੋਸ਼ ਹਨ, 5 ਮਿਆਨ ਹਨ, 5 ਪਰਦੇ ਹਨ, 5 ਚਿਮਨੀਆਂ ਕਹਿ ਲਓ। ਜਿਵੇਂ ਜੋਤ ਉੱਪਰ 1 ਚਿਮਨੀ ਲਾਤੀ, 2 ਲਾਤੀਆਂ, 3 ਲਾਤੀਆਂ, 4 5 ਲੱਗ ਗਈਆਂ। ਉਤਲੀ ਚਿਮਨੀ ਬਿਲਕੁਲ ਕਾਲੀ ਹੈ, ਉਹ ਫਿਰ ਉਹਦਾ ਪ੍ਰਕਾਸ਼ ਨੂੰ ਬਾਹਰ ਨਿਕਲਣ ਹੀ ਨਹੀਂ ਦਿੰਦੀ। ਪ੍ਰਕਾਸ਼ ਤਾਂ ਅੰਦਰ ਹੈ ਪਰ ਉਹਦੇ ਅੰਦਰ ਉਹ ਲੁਕਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਇਹ ਜੋ 5 ਕੋਸ਼ ਹਨ, ਇਹਨਾਂ ਦਾ ਰੂਪ ਦੱਸਣਾ ਕਰੋ। 15 ਪ੍ਰਸ਼ਨ ਸੁਨੇ ਸਭ ਕਾਨ। ਇਹ 15 ਪ੍ਰਸ਼ਨ ਕੀਤੇ ਖਾਲਸੇ ਨੇ ਭਾਈ ਦਇਆ ਸਿੰਘ ਜੀ ਨੂੰ, ਤੇ ਭਾਈ ਦਇਆ ਸਿੰਘ ਜੀ ਨੇ ਧਿਆਨ ਦੇ ਨਾਲ ਇਹ ਸਾਰੇ ਪ੍ਰਸ਼ਨ ਸੁਣੇ ਹਨ। ਦਇਆ ਸਿੰਘ ਜੀ ਕਰਤ ਬਖਾਨ। ਫਿਰ ਭਾਈ ਦਇਆ ਸਿੰਘ ਜੀ ਹੁਣ ਇਹਨਾਂ ਪ੍ਰਸ਼ਨਾਂ ਦਾ ਉੱਤਰ ਕਹਿਣ ਲੱਗੇ ਹਨ। ਇਸ ਪਰ ਗੁਰੂ ਪ੍ਰਸੰਨਤਾ ਧਰੈ। ਕਹਿਣ ਲੱਗੇ ਵੀ ਮੇਰੇ ਵਿੱਚ ਤਾਂ ਤਾਕਤ ਨਹੀਂ ਵੀ ਤੁਹਾਡੇ ਪ੍ਰਸ਼ਨਾਂ ਦਾ ਮੈਂ ਸਹੀ ਉੱਤਰ ਦੇ ਸਕਾਂ। ਦਸਮ ਪਾਤਸ਼ਾਹ ਜਿਹਦੇ ਤੇ ਵੀ ਕਿਰਪਾ ਕਰਦੇ, ਮੇਰੀ ਗੱਲ ਨਹੀਂ ਹੈ ਵੀ ਜਿਸ ਤੇ ਵੀ ਉਹਨਾਂ ਦੀ ਕਿਰਪਾ ਹੋ ਜਾਵੇ, ਪ੍ਰਸੰਨਤਾ ਹੋ ਜਾਵੇ, ਉਹ ਫਿਰ ਇਹਨਾਂ ਪ੍ਰਸ਼ਨਾਂ ਨੂੰ ਸਮਝੇਗਾ, ਸਮਝ ਕੇ ਉੱਤਰ ਦੇਵੇਗਾ। ਤੇ ਸੁਣ ਵੀ ਉਹੀ ਸਕਦਾ ਹੈ, ਸਮਝ ਵੀ ਉਹੀ ਸਕਦਾ ਹੈ, ਸੁਣ ਕੇ ਜਿੱਤੇ ਕਿਰਪਾ ਹੋਏਗੀ। ਸੁਨ ਤੈ ਦਿਲ ਨਿਸਚੈ ਸੋ ਕਰੈ। ਜਿੱਤੇ ਪੂਰਨ ਕਿਰਪਾ ਹੋਏਗੀ ਉਹ ਸੁਣ ਕੇ ਸਮਝੇਗਾ ਇਹਨਾਂ ਸਾਰੀਆਂ 15 ਗੱਲਾਂ ਨੂੰ, 15 ਪ੍ਰਸ਼ਨਾਂ ਨੂੰ, ਤੇ ਫਿਰ ਪੱਕਾ ਨਿਸ਼ਚਾ ਭਰੋਸਾ ਧਾਰੇਗਾ। ਦੁਨੀਆ ਸਭ ਕੇ ਰੂਪ ਬਖਾਨੋ। ਸੁਣੋ ਹੁਣ ਸਾਰਿਆਂ ਦੇ ਵੱਖਰੇ ਵੱਖਰੇ ਰੂਪ ਦੱਸਦੇ ਹਾਂ ਤੁਹਾਨੂੰ। ਗੁਰ ਕਰੁਣਾ ਤੇ ਮੈਂ ਜਿਵ ਜਾਨੋ।
ਜਾਣੋ। ਜੋ ਕੁਝ ਮੈਨੂੰ ਜਾਣਕਾਰੀ ਹੈ ਗੁਰੂ ਦੀ ਕਿਰਪਾ ਦੇ ਨਾਲ ਹੈ, ਕੋਈ ਵਿਦਿਆ ਦੀ ਜਾਣਕਾਰੀ ਨਹੀਂ, ਕਿਉਂਕਿ ਵਿਦਿਆ ਦੀ ਜਾਣਕਾਰੀ ਵਾਲੇ ਤਾਂ ਪ੍ਰਸ਼ਨ ਹੀ ਕਰ ਰਹੇ ਹਨ, ਜਿਨ੍ਹਾਂ ਨੂੰ ਬਹੁਤ ਵਿਦਿਆ ਦੀ ਜਾਣਕਾਰੀ ਹੈ। ਵਿਦਿਆ ਦੀ ਜਾਣਕਾਰੀ ਵਾਲੇ ਤਾਂ ਪ੍ਰਸ਼ਨ ਹੀ ਕਰ ਰਹੇ ਹਨ। ਸੋ ਮਹਾਰਾਜ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਗੁਰੂ ਦੀ ਕਿਰਪਾ ਨਾਲ ਜਿੰਨਾ ਕੁ ਮੈਨੂੰ ਪਤਾ ਹੈ, ਜੇਤੀ ਪ੍ਰਭ ਜਾਣਾਈ ਰਸਨਾ ਤੇਤ ਭਣੀ, ਜਿੰਨੀ ਕੁ ਸਤਿਗੁਰੂ ਜੀ ਮੈਨੂੰ ਸੋਝੀ ਦੇਣਗੇ, ਜਨਾਉਣਗੇ ਗੱਲ, ਉਨੀ ਕੁ ਮੈਂ ਰਸਨਾ ਦੇ ਨਾਲ ਤੁਹਾਡੇ ਸਾਹਮਣੇ ਕਥਨ ਕਰਾਂਗਾ। ਮੇਰੇ ਵਿੱਚ ਕੋਈ ਸਮਰੱਥਾ ਨਹੀਂ। ਜਿਸ ਜਾਣੇ ਅਰ ਨਿਰਣੈ ਕਰੇ। ਸੋ ਇਹ ਜਿਹੜੀ ਵਿਚਾਰ ਹੈ ਐਵੇਂ ਨਹੀਂ ਹੈ ਵੀ ਐਵੇਂ ਸਮਝ ਲਓ ਵੀ ਐਵੇਂ ਨਹੀਂ ਹੈ। ਇਹ ਵਿਚਾਰ ਦਾ ਬੜਾ ਮਹਾਤਮ, ਬੜਾ ਫਲ ਹੈ। ਜਿਸ ਵਿਚਾਰ ਨੂੰ ਜਾਣਨ ਨਾਲ, ਸਮਝਣ ਦੇ ਨਾਲ, ਇਹ ਨਿਰਣਾ ਕਰਕੇ ਭਰੋਸਾ ਕਰਨ ਦੇ ਨਾਲ ਜਗ ਸਾਗਰ ਤੇ ਸੋ ਨਰ ਕਰੇ। ਉਹ ਬੰਦਾ ਸੰਸਾਰ ਭਉ ਸਾਗਰ ਤੋਂ ਤਰ ਜਾਏਗਾ। ਇਹ ਜਿਹੜੇ 15 ਪ੍ਰਸ਼ਨ ਹਨ, ਜਿਹੜਾ ਇਹਨਾਂ ਨੂੰ ਸਮਝੇਗਾ, ਸੁਣ ਕੇ ਉਸ 'ਤੇ ਅਮਲ ਕਰੇਗਾ, ਉਹ ਭਵ ਸਾਗਰ ਤੋਂ ਸੁਖੈਣ ਹੀ ਤਰ ਜਾਏਗਾ। ਇਹਦਾ ਫਲ ਬੜਾ ਹੈ ਸੁਣਨ ਦਾ, ਐਵੇਂ ਨਹੀਂ ਹੈ, ਬੜਾ ਮਹਾਤਮ ਦੱਸਿਆ ਹੈ ਭਾਈ ਦਇਆ ਸਿੰਘ ਜੀ। ਇੰਨਾ ਮਹਾਤਮ ਹੈ ਵੀ ਭਵ ਸਾਗਰ ਤੋਂ ਤਰ ਹੀ ਜਾਏਗਾ, ਮੁਕਤ ਹੀ ਹੋ ਜਾਏਗਾ। ऐसा आत्म विचार है, ऐसा आत्म ज्ञान दी ये कथा है। सवैया छंद बिन आकार बिन जन्म अनादि। ਹੁਣ ਅਗਿਆਨ ਦੱਸਦੇ ਹਨ ਵੀ ਕੀ ਹੈ। ਅਗਿਆਨ ਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ ਵੀ ਉਹ ਕਿਹੋ ਜਿਹਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਫੁਰਨਾ ਫੁਰਿਆ ਸੰਸਾਰ ਦੀ ਰਚਨਾ ਦਾ, ਫੁਰਨਾ ਫੁਰਿਆ ਜਾਂ ਹੁਕਮ ਹੋਇਆ, ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਏ। ਉਹ ਫੁਰਨੇ ਦੇ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ ਵੀ ਉਹ ਫੁਰਨਾ ਫੁਰਿਆ, ਕਿਵੇਂ ਫੁਰਿਆ, ਉਸ 'ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਵੀ ਜੇ ਸਾਡੇ ਵਾਂਗੂ ਪਰਮਾਤਮਾ ਨੂੰ ਵੀ ਫੁਰਨਾ ਫੁਰਿਆ ਤੇ ਉਹ ਤਾਂ ਫਿਰ ਸਾਡੇ ਵਰਗਾ ਹੋ ਗਿਆ। ਐਸਾ ਨਹੀਂ ਹੈ। ਉਹਦਾ ਜੋ ਹੁਕਮ ਹੋਇਆ, ਪ੍ਰਥਮ ਓੰਕਾਰ ਤਿਨ ਕਹਾ ਸੋ ਤੁਨ ਪੂਰ ਜਗਤ ਮੋ ਰਹਾ। ਉਹ ਓੰਕਾਰ ਦੀ ਧੁਨੀ ਤੋਂ ਜਗਤ ਦੀ ਰਚਨਾ ਹੋ ਗਈ। ਪਹਿਲੇ ਧੁੰਦੂਕਾਰ ਸੀ, ਕੀ ਸੀ ਪਤਾ ਹੀ ਨਹੀਂ। ਧੁੰਦੂਕਾਰ ਅਸੀਂ ਸਮਝਣ ਵਾਸਤੇ ਕਹਿ ਲਿਆ ਵੀ ਜਿੱਥੇ ਨਾ ਦਿਨ ਹੈ, ਨਾ ਰਾਤ ਹੈ, ਨਾ ਸੂਰਜ ਹੈ, ਨਾ ਚੰਦਰਮਾ ਹੈ, ਨਾ ਧਰਤੀ ਹੈ, ਨਾ ਆਕਾਸ਼ ਹੈ, ਕੁਝ ਵੀ ਨਹੀਂ। ਜਿੱਥੇ ਆਪਣੀ ਬੁੱਧੀ ਵਿੱਚ ਸਮਝਣ ਵਾਸਤੇ ਉਹਨੂੰ ਆਪਾਂ ਧੁੰਦੂਕਾਰ, ਗੁਰਬਾਣੀ ਨੇ ਵੀ ਧੁੰਦੂਕਾਰ ਨਿਰਾਲਮ ਬੈਠਾ, ਉਸ ਅਵਸਥਾ ਨੂੰ ਧੁੰਦੂਕਾਰ ਕਿਹਾ ਜਿਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਦੋਂ ਉਹਨੂੰ ਫੁਰਨਾ ਹੋਇਆ, ਉਹ ਜਿਹੜਾ ਫੁਰਨਾ ਹੋਇਆ ਉਹੀ ਅਗਿਆਨ ਹੈ। ਉਹ ਫੁਰਨਾ ਸ਼ਕਤੀ ਜਿਹੜੀ ਹੈ ਉਹਨੂੰ ਹੀ ਅਗਿਆਨ ਕਿਹਾ ਹੈ। ਅਗਿਆਨ ਕਹਿ ਲਓ, ਸੂਖਮ ਸਰੀਰ ਕਹਿ ਲਓ, ਇਹ ਇਸ ਤਰ੍ਹਾਂ ਜੋ ਬਿਨ ਆਕਾਰ, ਉਹਦਾ ਆਕਾਰ ਕੋਈ ਨਹੀਂ, ਬਿਨ ਜਨਮ ਅਨਾਦਿ, ਤੇ ਅਗਿਆਨ ਦਾ ਜਨਮ ਵੀ ਨਹੀਂ ਹੁੰਦਾ ਤੇ ਅਗਿਆਨ ਦੀ ਕੋਈ ਆਦ ਵੀ ਨਹੀਂ ਵੀ ਅਗਿਆਨ ਪੈਦਾ ਕਦੋਂ ਹੋਇਆ, ਕਿਉਂਕਿ ਪ੍ਰਮਾਤਮਾ ਦੀ ਕੋਈ ਆਦ ਨਹੀਂ ਹੈ। ਕਹਿ ਨਾ ਸਕੈ ਕੋ ਤੂੰ ਕਦ ਕਾ, ਵੀ ਤੂੰ ਕਦੋਂ ਦਾ ਹੈ ਕੋਈ ਨਹੀਂ ਕਹਿ ਸਕਦਾ, ਕਿਸੇ ਨੂੰ ਪਤਾ ਨਹੀਂ। ਕਦੋਂ ਤੋਂ ਰਚਨਾ ਰਚੀ ਹੈ ਇਹਦਾ ਕੋਈ ਕਿਸੇ ਨੂੰ ਪਤਾ ਨਹੀਂ। ਕਿਸੇ ਸ਼ਰੀਕ ਨਾ ਹੀ ਰਹੇ ਕੋਈ, ਉਹਦਾ ਕੋਈ ਸ਼ਰੀਕ ਹੈ ਹੀ ਨਹੀਂ, ਉਹਦੇ ਵਰਗਾ ਕੋਈ ਹੋਵੇ ਤਾਂ ਦੱਸੇ। ਇਸ ਕਰਕੇ ਉਸ ਤੋਂ ਪਰੇ ਹੋਰ ਕੁਝ ਹੈ ਹੀ ਨਹੀਂ।
ਜਿਹਦੀ ਆਦ ਨਹੀਂ, ਅਨਾਦਿ ਹੈ। ਜੇ ਪ੍ਰਮਾਤਮਾ ਅਨਾਦਿ ਹੈ ਤੇ ਜਦੋਂ ਉਹਨੂੰ ਫੁਰਨਾ ਫੁਰਿਆ, ਜਿਹਦਾ ਨਾਮ ਅਗਿਆਨ ਹੈ, ਉਹ ਵੀ ਅਨਾਦਿ ਹੈ। ਬਿਨ ਆਕਾਰ ਬਿਨ ਜਨਮ ਅਨਾਦਿ, ਬਿਨਾਂ ਜਨਮ ਤੋਂ ਹੈ। ਅਗਿਆਨ ਦਾ ਕੋਈ ਜਨਮ ਨਹੀਂ ਹੋਇਆ। ਜਿਵੇਂ ਬ੍ਰਹਮਾ ਵਿਸ਼ਨ ਮਹੇਸ਼ ਪੈਦਾ ਹੋਏ ਸਾਰੇ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖੰਡ ਸਵਾਰ। ਵਿਸ਼ਨੂੰ ਜੀ ਦੀ ਨਾਭੀ ਚੋਂ ਕਮਲ ਫੁੱਲ ਤੇ ਉਹ ਤੋਂ ਬ੍ਰਹਮਾ ਦੀ ਉਤਪਤੀ ਹੋਈ। ਇਸ ਤਰ੍ਹਾਂ ਅਗਿਆਨ ਜਿਹੜਾ ਹੈ ਬਿਨਾਂ ਜਨਮ ਤੋਂ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਲ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ, ਸਮੇਂ ਦਾ ਤਮਾਸ਼ਾ ਹੈ। ਸਮੇਂ ਅਨੁਸਾਰ ਸਾਰੇ ਹੋਏ, ਪਰ ਇਸ ਤਰ੍ਹਾਂ ਉਹ ਨਹੀਂ ਹੈ। ਉਹ ਅਨਆਦ, ਉਹਦੀ ਕੋਈ ਆਦ ਨਹੀਂ ਹੈ। ਹਾਂਜੀ, ਰਹਿ ਇੱਕ ਦੇਖ ਬ੍ਰਹਮ ਕੇ ਮਾਹੇ। ਹੁਣ ਅਗਿਆਨ ਰਹਿੰਦਾ ਕਿੱਥੇ ਹੈ? ਜੋ ਬ੍ਰਹਮ ਦਾ ਇੱਕ ਦੇਸ਼ ਹੈ, ਇੱਕ ਹਿੱਸਾ ਹੈ। ਇੱਕ ਹਿੱਸੇ ਦਾ ਮਤਲਬ ਹੈ ਜਿਵੇਂ ਕਰੋੜਾਂ ਬ੍ਰਹਿਮੰਡ ਹਨ। ਹੁਣ ਕਰੋੜਾਂ ਬ੍ਰਹਿਮੰਡ, ਉਹਨਾਂ ਵਿੱਚ ਇੱਕ ਬ੍ਰਹਿਮੰਡ ਲੈ ਲਓ, ਇੱਕ ਥਾਂ ਲੈ ਲਓ। ਜਾਂ ਫਿਰ ਹੋਰ ਸਮਝਣ ਵਾਸਤੇ ਆਪਾਂ ਕਹਿ ਸਕਦੇ ਹਾਂ, ਜਿਵੇਂ ਕਿਸੇ ਜ਼ਿਮੀਂਦਾਰ ਦੀ 5 ਏਕੜ ਜ਼ਮੀਨ ਹੈ। ਹੁਣ 5 ਏਕੜ ਜ਼ਮੀਨ ਹੈ ਜ਼ਿਮੀਂਦਾਰ ਦੀ, ਉਹਦੀ ਮਾਲਕੀ ਹੈ ਜ਼ਮੀਨ 'ਤੇ। ਉਸ ਨੇ ਜ਼ਮੀਨ ਦੇ ਇੱਕ ਹਿੱਸੇ ਦੇ ਵਿੱਚ ਆਪਣਾ ਘਰ ਬਣਾ ਲਿਆ। ਉਹ ਹੈ ਸਾਰੀ ਜ਼ਮੀਨ ਦਾ ਮਾਲਕ, ਪਰ ਜਿਹੜੇ ਹਿੱਸੇ 'ਚ ਉਹਨੇ ਆਪਣਾ ਘਰ ਬਣਾ ਲਿਆ ਰਹਿੰਦਾ, ਉਹਦਾ ਨਾਂ ਘਰ ਹੋ ਗਿਆ। ਇਸੇ ਤਰ੍ਹਾਂ ਹੀ ਅਗਿਆਨ ਨੂੰ ਸਮਝ ਲਓ। ਸਮਝਣ ਵਾਸਤੇ ਹੈ ਵੀ ਇੱਕ ਦੇਸ਼ ਬ੍ਰਹਮ ਦੇ ਵਿੱਚ ਉਹ ਰਹਿੰਦਾ ਹੈ। ਜਿਵੇਂ ਇੱਕ ਜ਼ਿਮੀਂਦਾਰ ਇੱਕ ਕੋਨੇ ਵਿੱਚ ਆਪਣਾ ਘਰ ਬਣਾ ਕੇ ਉਹਨੂੰ ਘਰ ਕਹਿੰਦੇ ਹਨ, ਪਰ ਉਹ ਸਾਰੀ ਜ਼ਮੀਨ ਦਾ ਮਾਲਕ ਤਾਂ ਉਹੀ ਹੈ। ਜੇ ਮਾਲਕੀ ਹੈ ਤੇ ਸਾਰੀ ਜ਼ਮੀਨ ਵਿੱਚ ਉਹਦਾ ਹੱਕ ਹੈ। ਇਸੇ ਤਰ੍ਹਾਂ ਹੀ ਜੋ ਅਗਿਆਨ ਹੈ, ਉਹਨੂੰ ਸਮਝਣ ਵਾਸਤੇ ਇੱਕ ਦੇਸ਼ ਕਿਉਂ ਉਹ ਬ੍ਰਹਮ ਦੇ ਵਿੱਚ ਰਹਿੰਦਾ ਹੈ। ਨਾਮ ਅਗਿਆਨ ਲਿਏ ਖਟ ਸੰਗਿਆ। ਹੁਣ ਅਗਿਆਨ ਦੇ 6 ਨਾਂ ਅੱਗੇ ਹੋ ਗਏ। ਸੰਗਿਆ ਕਹਿੰਦੇ ਨਾਮਕਰਨ, ਵੀ ਪਹਿਲੇ ਕਿਸੇ ਦਾ ਕੋਈ ਨਾਂ ਨਾ ਹੋਵੇ। ਜਿਵੇਂ ਬੱਚਾ ਜੰਮਦਾ ਹੈ, ਉਹਦਾ ਨਾਂ ਨਹੀਂ ਹੁੰਦਾ ਪਹਿਲੇ ਕੋਈ, ਉਹਦਾ ਨਾਮਕਰਨ ਹੋ ਜਾਂਦਾ। ਕਈ ਵਾਰ ਆਪਾਂ ਉੱਦਾਂ ਹੀ ਛੋਟਾ ਨਾਮ ਬੁਲਾ ਲੈਂਦੇ ਹਾਂ, ਫਿਰ ਉਹਦਾ ਪੂਰੀ ਮਰਿਆਦਾ ਨਾਲ ਉਹਦਾ ਨਾਮਕਰਨ ਹੁੰਦਾ, ਨਾਂ ਰੱਖਿਆ ਜਾਂਦਾ ਹੈ। ਜਿਹੜਾ ਨਾਮਕਰਨ ਹੋਏਗਾ ਫਿਰ ਸਾਰੀ ਉਮਰ ਉਹਦਾ ਉਹੀ ਨਾਂ ਚੱਲਦਾ ਹੈ। ਇਸੇ ਤਰ੍ਹਾਂ ਪਹਿਲਾਂ ਤਾਂ ਗਿਆਨ ਹੋ ਗਿਆ। ਅਗਿਆਨ ਦੇ ਫਿਰ ਅੱਗੇ 6 ਨਾਮਕਰਨ ਹੋਰ ਹੋ ਗਏ। 6 ਨਾਮ ਇਹਦੇ ਹੋਰ ਹੋ ਗਏ, 6 ਸੰਗਿਆ ਹੋਰ ਹੋ ਗਈਆਂ। ਇੱਕ ਚਿੰਤਨ ਵਿਆਪਕ ਵਿੱਚ ਤਾਹੇ। ਇੱਕ ਚਿਤਨ ਵਿਆਪਕ ਵਿੱਚ ਤਾਹੇ। ਇੱਕ ਵਿਆਪਕ ਹੈ, ਜਿਵੇਂ ਬ੍ਰਹਮ ਸਾਰੇ ਵਿਆਪਕ ਹੈ, ਇਸੇ ਤਰ੍ਹਾਂ ਹੀ ਅਗਿਆਨ ਵੀ ਸਾਰੇ ਵਿਆਪਕ ਹੈ। ਕੋਈ ਵੀ ਥਾਂ ਉਸ ਤੋਂ ਖਾਲੀ ਨਹੀਂ ਹੈ। ਇੱਕ ਇਹ ਵਿਆਪਕ, ਉਹਦਾ ਅਗਿਆਨ ਦਾ ਇਹ ਨਾਂ ਹੋ ਗਿਆ ਵਿਆਪਕ। ਦੂਸਰਾ ਹੋ ਗਿਆ ਇੱਕ ਚਿਤਨ ਵਿਆਪਕ ਵਿੱਚ ਤਾਹੇ। ਹਾਂਜੀ, ਚੇਤਨ ਸੋ ਸੰਬੰਧ ਈਸ਼ਵਰ ਦਾ। ਤੇ ਦੂਸਰਾ ਹੋ ਗਿਆ ਚੇਤਨ ਸੋ ਸੰਬੰਧ, ਜੋ ਚੇਤਨ ਦੇ ਨਾਲ ਉਹਦਾ ਸੰਬੰਧ ਹੈ। ਚੇਤਨ ਨਾਮ ਹੈ ਬ੍ਰਹਮ ਦਾ, ਪਰਮ ਆਤਮਾ ਦਾ। ਹੁਣ ਜਿਹੜਾ ਅਗਿਆਨ ਪੈਦਾ ਹੋ ਗਿਆ, ਅਗਿਆਨ ਦੇ ਵਿੱਚ ਉਹਦੀ ਤਾਕਤ ਨੂੰ, ਸੱਤਾ ਨੂੰ ਗ੍ਰਹਿਣ ਕਰਨ ਦੀ ਤਾਕਤ ਹੈ। ਕਿਵੇਂ?
ਸਮਝਣ ਵਾਸਤੇ ਮੋਟਾ ਪ੍ਰਮਾਣ ਆਪਾਂ ਨੂੰ ਦੇਣਾ ਪਏਗਾ। ਜਿਵੇਂ ਇੱਕ ਬਲੌਰ ਹੈ, ਹੁਣ ਜਿਹੜਾ ਬਲੌਰ ਹੈ ਉਹਦੇ ਨੇੜੇ ਆਪਾਂ ਕੋਈ ਵੀ ਰੰਗ ਰੱਖਾਂਗੇ, ਉਸ ਰੰਗ ਨੂੰ ਉਹ ਆਪਣੇ ਵਿੱਚ ਜਜ਼ਬ ਕਰ ਲਏਗਾ। ਇਉਂ ਲੱਗੇਗਾ ਵੀ ਇਹ ਰੰਗ ਬਲੌਰ ਦੇ ਵਿੱਚ ਹੈ, ਬਲੌਰ ਇਸ ਰੰਗ ਦਾ ਹੋ ਗਿਆ, ਪਰ ਹੁੰਦਾ ਨਹੀਂ। ਜੇ ਬਲੌਰ ਨੂੰ ਪਾਸੇ ਕਰ ਦਿਓ ਤੇ ਰੰਗ ਪਾਸੇ ਹੋ ਗਿਆ, ਬਲੌਰ ਪਾਸੇ ਰਹਿ ਗਿਆ। ਪਰ ਉਹ ਇੱਕ ਕਲਪਤ ਤਦਾਤਮ ਸੰਬੰਧ ਇਹਨੂੰ ਕਹਿੰਦੇ ਹਨ। ਸੋ ਅਗਿਆਨ ਦੇ ਵਿੱਚ ਚੇਤਨ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਹੈ। ਜਿਵੇਂ ਬਲੌਰ ਵਿੱਚ ਇਹ ਤਾਕਤ ਹੈ, ਸ਼ਕਤੀ ਹੈ ਵੀ ਕਿਸੇ ਵੀ ਰੰਗ ਨੂੰ ਆਪਣੇ ਵਿੱਚ ਉਹ ਗ੍ਰਹਿਣ ਕਰ ਲੈਂਦਾ, ਉਸੇ ਰੰਗ ਦਾ ਦਿਖਾਈ ਦੇਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਅਗਿਆਨ ਨੂੰ ਜਾਣਨਾ ਕਰੋ। ਹੁਣ ਬਲੌਰ ਵਿੱਚ ਤਾਂ ਤਾਕਤ ਹੈ, ਵੀ ਲੱਕੜ ਵਿੱਚ ਤਾਂ ਨਹੀਂ ਹੈ। ਸਿਰਫ ਬਲੌਰ ਵਿੱਚ ਹੀ ਤਾਕਤ ਹੈ, ਦੋ ਜਿਹੀਆਂ ਚੀਜ਼ਾਂ ਵਿੱਚ। ਪਰ ਹੋਰ ਜਿਹੜੀਆਂ ਚੀਜ਼ਾਂ ਉਹਨਾਂ 'ਚ ਤਾਕਤ ਨਹੀਂ ਹੁੰਦੀ, ਉਹ ਕੇਵਲ ਬਲੌਰ ਵਿੱਚ ਹੀ ਤਾਕਤ ਹੈ। ਇਸੇ ਤਰ੍ਹਾਂ ਹੀ ਅਗਿਆਨ ਚੇਤਨ ਦੇ ਨਾਲ ਜੋ ਉਹਦਾ ਸੰਬੰਧ ਹੈ, ਇਹ ਦੂਜਾ ਇਹਦਾ ਰੂਪ ਹੋ ਗਿਆ ਵੀ ਚੇਤਨ ਦੀ ਸ਼ਕਤੀ ਨੂੰ ਗ੍ਰਹਿਣ ਕਰਨ ਦੀ ਸਮਰੱਥਾ। ਇਹ ਅਗਿਆਨ ਦਾ ਦੂਜਾ ਰੂਪ ਹੋ ਗਿਆ। ਚਤੁਰਤ ਸੰਗਿਆ ਜੀਵ ਜੇ ਆਹੇ। ਇਸੇ ਤਰ੍ਹਾਂ ਹੀ ਇੱਥੇ ਸੋ ਸੰਬੰਧ ਈਸ਼ਵਰਤਾ, ਤੀਜਾ ਆ ਗਿਆ ਈਸ਼ਵਰਤਾ, ਈਸ਼ਵਰਪੁਣਾ। ਹੁਣ ਈਸ਼ਵਰ ਕੀ ਹੈ? ਜੋ ਸੰਸਾਰ ਦੀ ਰਚਨਾ ਕਰਦਾ ਹੈ। ਤੇ ਅਗਿਆਨ ਕੀ ਹੈ? ਇਹ ਵੀ ਸੰਸਾਰ ਦੀ ਰਚਨਾ ਕਰਦਾ ਹੈ। ਜਿਵੇਂ ਈਸ਼ਵਰ ਨੇ ਸਾਰੀ ਦੁਨੀਆ ਪੈਦਾ ਕੀਤੀ ਹੈ, ਇਸੇ ਤਰ੍ਹਾਂ ਜਦੋਂ ਅਸੀਂ ਸੌਂ ਜਾਂਦੇ ਹਾਂ, ਸੁੱਤਿਆਂ ਹੋਇਆਂ ਜਿਹੜਾ ਅਗਿਆਨ ਹੈ ਉਹ ਆਪਦਾ ਸੰਸਾਰ ਪੈਦਾ ਕਰ ਲਏਗਾ। ਸੁੱਤੇ ਹੋਏ ਦੀ ਵੱਖਰੀ ਦੁਨੀਆ ਆਉਂਦੀ ਹੈ, ਲੱਗਦਾ ਸਾਰਾ ਕੁਝ ਜਾਗਦਿਆਂ ਵਾਂਗ ਹੀ ਹੈ। ਇਸੇ ਤਰ੍ਹਾਂ ਅਗਿਆਨ ਵੀ ਜਿਹੜਾ ਹੈ ਉਹ ਈਸ਼ਵਰ ਨਾਲੋਂ ਘੱਟ ਕੋਈ ਨਹੀਂ ਕਹਿੰਦੇ। ਜੇ ਈਸ਼ਵਰ ਸੰਸਾਰ ਦੀ ਰਚਨਾ ਕਰਦਾ ਹੈ ਤੇ ਅਗਿਆਨ ਸੁਪਨੇ ਦੀ ਰਚਨਾ ਕਰ ਲੈਂਦਾ ਹੈ। ਇਸ ਕਰਕੇ ਉਹ ਈਸ਼ਵਰਤਾ ਹੈ ਉਹਦੇ ਵਿੱਚ, ਉਹ ਈਸ਼ਵਰ ਦੇ ਬਰਾਬਰ ਹੀ ਹੈ, ਉਹ ਤੋਂ ਘੱਟ ਨਹੀਂ ਹੈ। ਇਸ ਤਰ੍ਹਾਂ ਇਹ ਤਿੰਨ ਹੋ ਗਏ। ਚਤੁਰਥ ਸੰਗਿਆ ਜੀਵ, ਤੇ ਚੌਥਾ ਇਹਦਾ ਨਾਮ ਕਾਰਨ ਜੀਵ ਹੋ ਗਿਆ। ਜਿੰਨਾ ਚਿਰ ਇਹਨੂੰ ਆਤਮਾ ਦਾ ਗਿਆਨ ਨਹੀਂ, ਅਗਿਆਨੀ ਹੈ, ਬੇਸਮਝ ਹੈ, ਉਹਨਾਂ ਚਿਰ ਆਪਣੇ ਆਪ ਨੂੰ ਜੀਵ ਸਮਝਦਾ ਹੈ। ਜੀਵ ਦਾ ਰੂਪ ਕੀ ਹੈ? ਆਤਮਾ ਦੇ ਗਿਆਨ ਤੋਂ ਰਹਿਤ ਹੋਣਾ, ਇਹੀ ਜੀਵ ਦਾ ਰੂਪ ਹੈ। ਇਹ ਚਾਰ ਹੋ ਗਏ। ਅੱਗੇ ਹੁਣ ਹੋਰ ਦੱਸ ਰਹੇ ਹਨ। ਈਸ਼ਵਰ ਜੀਵ ਵਿਭਾਗ ਪੰਚਮੋ। ਸੋ ਈਸ਼ਵਰ ਜੀਵ ਵਿਭਾਗ, ਵਿਭਾਗ ਤਾਂ ਆਪਾਂ ਨੂੰ ਪਤਾ ਵੀ ਵੱਖਰੇ ਵੱਖਰੇ ਭਾਗ, ਵੱਖਰੇ ਵੱਖਰੇ ਹਿੱਸੇ, ਵੀ ਫਲਾਣੇ ਨੂੰ ਫਲਾਣਾ ਵਿਭਾਗ ਮਿਲ ਗਿਆ, ਫਲਾਣੇ ਨੂੰ ਫਲਾਣਾ ਮਿਲ ਗਿਆ। ਵਿਭਾਗ ਦਾ ਮਤਲਬ ਵੱਖਰਾ ਵੱਖਰਾ ਹੈ। ਸੋ ਇਸੇ ਤਰ੍ਹਾਂ ਹੀ ਅਗਿਆਨ ਕਰਕੇ ਹੀ ਇਹ ਲੱਗਦਾ ਹੈ। ਜਿਵੇਂ ਹੁਣ ਸਮੁੰਦਰ ਦਾ ਪਾਣੀ ਤੇ ਸਮੁੰਦਰ ਵਿੱਚੋਂ ਇੱਕ ਆਪਾਂ ਬੂੰਦ ਕੱਢ ਲਈਏ, ਦੋਹੇ ਇੱਕੋ ਜਿਹੇ ਹਨ, ਪਰ ਅਗਿਆਨ ਕਰਕੇ ਸਾਨੂੰ ਲੱਗਦਾ ਹੈ ਵੀ ਇਹ ਬੂੰਦ ਹੈ, ਇਹ ਸਮੁੰਦਰ ਹੈ। ਜਾਂ ਪਾਣੀ ਦਾ ਬੁਲਬੁਲਾ ਜਿਹੜਾ ਹੈ, ਉਹ ਲੱਗਦਾ ਹੈ ਵੀ ਇਹ ਵੱਖਰਾ ਹੈ, ਪਰ ਪਾਣੀ ਤੇ ਪਾਣੀ ਦਾ ਬੁਲਬੁਲਾ ਇੱਕੋ ਹੀ ਹਨ। ਪਰ ਉਹ ਇੱਕ ਛੋਟਾ ਹੈ ਤੇ ਪਾਣੀ ਜ਼ਿਆਦਾ ਆਕਾਰ ਵਿੱਚ ਹੈ, ਇੱਕ ਸਮੁੰਦਰ ਹੈ ਤੇ ਇੱਕ ਬੁਲਬੁਲਾ ਹੈ। ਉਹ ਵੱਖਰੇ ਵੱਖਰੇ ਪ੍ਰਤੀਤ ਹੋਣੇ। ਇਸ ਕਰਕੇ
ਇਹ ਵੀ ਅਗਿਆਨ ਦਾ ਹੀ ਰੂਪ ਹੈ। ਪੰਜਵਾਂ, ਇਹਨੂੰ ਵਿਭਾਗ ਕਹਿੰਦੇ ਹਨ। ਚਿਦਾਭਾਸ ਖਸ਼ਟਮ ਲਖਵਾਰੇ। ਅਤੇ ਚਿਦਾਭਾਸ ਜੋ ਅਗਿਆਨ ਦੇ ਅੰਦਰ ਤਾਕਤ ਹੋ ਜਾਣੀ, ਕਰਮ ਕਰਨ ਦੀ ਸ਼ਕਤੀ ਹੋ ਜਾਣੀ, ਉਸ ਨੂੰ ਚਿਦਾਭਾਸ ਕਹਿੰਦੇ ਹਨ। ਵੀ ਪ੍ਰਮਾਤਮਾ ਜੋ ਪ੍ਰਤਿਬਿੰਬ ਹੈ, ਜੋ ਪਰਛਾਵਾਂ ਹੈ ਚੇਤਨ ਬ੍ਰਹਮ ਦਾ, ਜੋ ਅਕਸ ਹੈ, ਉਹ ਚਿਦਾਭਾਸ ਹੈ। ਉਹਦੇ ਵਿੱਚ ਆਭਾਸ ਹੋ ਜਾਣਾ, ਉਹਦੇ ਵਿੱਚ ਸ਼ਕਤੀ ਆ ਜਾਣੀ। ਜਿਵੇਂ ਆਪਾਂ ਵਿਚਾਰ ਕੀਤੀ ਸੀ, ਇੱਕ ਮੋਟਾ ਪ੍ਰਮਾਣ ਹੈ। ਇਹ ਗੱਲ ਨਹੀਂ ਵੀ ਜਿਹੜਾ ਪ੍ਰਮਾਣ ਦਿੱਤਾ ਜਾਵੇ ਉਹ ਸਾਰੀਆਂ ਥਾਵਾਂ 'ਤੇ ਉਹੀ ਘੜ ਸਕਦਾ ਹੈ, ਐਸਾ ਨਹੀਂ ਹੁੰਦਾ। ਸੋ ਬਹੁਤ ਧਿਆਨ ਵਿੱਚ ਰਹੇ, ਯਾਦ ਵਿੱਚ ਰਹੇ। ਫਿਰ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ। ਅਗਿਆਨ ਦਾ ਜੋ 6ਵਾਂ ਨਾਂ ਹੈ ਚਿਦਾਭਾਸ ਹੈ। ਸੋ ਜਿਹਦੇ ਵਿੱਚ ਅਗਿਆਨ ਦੇ ਵਿੱਚ ਕਰਮ ਕਰਨ ਦੀ ਜੋ ਤਾਕਤ ਹੈ, ਜੋ ਸਮਰੱਥਾ ਹੈ, ਉਹ ਵੀ ਬ੍ਰਹਮ ਕਰਕੇ ਹੈ। ਇਹ 6 ਸੰਗਿਆ ਹੋ ਗਈਆਂ, 6 ਨਾਮਕਰਨ ਹੋ ਗਏ। ਜਿਸ ਅਗਿਆਨ ਵਿਖੈ ਇਹ ਖਟ ਹੈ। ਜਿਸ ਅਗਿਆਨ ਦੇ ਵਿੱਚ 6 ਹਨ। ਤੂਤ ਪ੍ਰਗਟ ਹੋਏ ਨਾਰੇ। ਬੜੇ ਬੜੇ ਸੂਖਮ ਹਨ, ਇਹਨਾਂ ਦਾ ਪਤਾ ਨਹੀਂ ਲੱਗਦਾ ਕਿਸੇ ਨੂੰ, ਨਾ ਇਹ ਪ੍ਰਗਟ ਹੀ ਹੁੰਦੇ ਹਨ। ਇਹ ਬੜੇ ਸੂਖਮ ਰਹਿੰਦੇ ਹਨ। ਜਿਵ ਪਟ ਬੀਜ ਵਿਖੈ ਜਟ ਤੁਕ ਦਲ। ਹੁਣ ਪ੍ਰਮਾਣ ਦਿੰਦੇ ਹਨ ਵੀ ਮੋਟਾ ਪ੍ਰਮਾਣ ਸਮਝਣ ਵਾਸਤੇ। ਹੁਣ ਇੱਕ ਬੋਹੜ ਦਾ ਬੀਜ ਹੈ। ਹੁਣ ਬੋਹੜ ਦਾ ਬੀਜ ਰਾਈ ਦੇ ਦਾਣੇ ਜਿੰਨਾ ਬੜਾ ਬਰੀਕ ਛੋਟਾ ਹੁੰਦਾ ਹੈ, ਪਰ ਉਸ ਬੋਹੜ ਦੇ ਛੋਟੇ ਜਿਹੇ ਬੀਜ ਦੇ ਵਿੱਚ ਬੜਾ ਕੁਝ ਛਿਪਿਆ ਹੋਇਆ, ਦਿਖਾਈ ਨਹੀਂ ਦਿੰਦਾ। ਬੀਜ ਤਾਂ ਹੈ, ਬੀਜ ਵਿੱਚ ਜਿਹੜਾ ਕੁਝ ਛਿਪਿਆ ਹੋਇਆ ਉਹ ਦਿਖਾਈ ਨਹੀਂ ਦਿੰਦਾ। ਉਹ ਸਮੇਂ ਸਿਰ ਉਹ ਪ੍ਰਗਟ ਹੋਏਗਾ। ਸੋ ਇਸ ਤਰ੍ਹਾਂ ਜਿਵੇਂ ਬੋਹੜ ਦੇ ਬੀਜ ਦੇ ਵਿੱਚ ਉਹਦੀਆਂ ਜੜ੍ਹਾਂ ਹਨ, ਉਹਦੀ ਛਿੱਲ ਹੈ, ਉਹਦੇ ਪੱਤੇ ਹਨ, ਸਾਖਾ ਕਾਂਡ ਸਹਿਤ ਫਲ ਆਰੇ। ਅਤੇ ਫਿਰ ਉਹਦੀਆਂ ਟਾਹਣੀਆਂ ਹਨ, ਸ਼ਾਖਾ ਵੱਡੀਆਂ ਟਾਹਣੀਆਂ ਹਨ, ਟਾਹਣੇ ਹਨ ਵੱਡੇ। ਇਹ ਸਾਰਾ ਕੁਝ ਬੋਹੜ ਦੇ ਬੀਜ ਦੇ ਵਿੱਚ ਛਿਪਿਆ ਹੋਇਆ ਹੈ। ਇਸ ਹੀ ਕੋ ਅਵਿਆਕ੍ਰਿਤ ਕਹੀਆ ਹੈ। ਇਹਦਾ ਨਾਮ ਫਿਰ ਵਿਦਵਾਨਾਂ ਨੇ ਅਵਿਆਕ੍ਰਿਤ ਕਿਹਾ ਹੈ। ਅਵਿਆਕ੍ਰਿਤ ਦਾ ਮਤਲਬ ਹੁੰਦਾ ਹੈ ਵੀ ਜੋ ਵਿਕਾਰ ਨੂੰ ਪ੍ਰਾਪਤ ਅਜੇ ਨਹੀਂ ਹੋਇਆ। ਬੀਜ ਤਾਂ ਹੈ, ਪਰ ਬੀਜ ਵਿੱਚੋਂ ਅਜੇ ਬੀਜ ਉੱਗਿਆ ਨਹੀਂ, ਅਜੇ ਨਾ ਉਹਦੇ ਵਿੱਚ ਜੜ੍ਹਾਂ ਪੈਦਾ ਹੋਈਆਂ, ਨਾ ਉਹਦਾ ਛਿੱਲੜ, ਨਾ ਉਹਦੇ ਪੱਤੇ, ਨਾ ਉਹਦੀਆਂ ਟਾਹਣੀਆਂ, ਟਾਹਣ, ਉਹ ਛਿਪੇ ਹੋਏ ਹਨ। ਸੋ ਜਿਹੜੀ ਅਵਸਥਾ ਉਹਨਾਂ ਦੇ ਛਿਪੇ ਹੋਏ ਰਹਿਣ ਦੀ ਹੈ, ਜੋ ਬੀਜ ਦੀ ਅਵਸਥਾ ਹੈ, ਇਸ ਦਾ ਨਾਮ ਅਵਿਆਕ੍ਰਿਤ ਹੈ। ਤਾਂ ਇਉਂ ਕਹਿ ਲਓ ਵੀ ਜੋ ਵਿਕਾਰ ਨੂੰ ਪ੍ਰਾਪਤ ਨਹੀਂ ਹੋਇਆ, ਸਦਾ ਆਪਣੀ ਅਸਲੀ ਹਾਲਤ ਵਿੱਚ ਸਥਿਤ ਹੈ। ਜਦੋਂ ਉਹਦਾ ਕੋਈ ਆਕਾਰ ਨਹੀਂ ਸੀ, ਬਿਨਾਂ ਆਕਾਰ ਤੋਂ ਸੀ, ਉਸ ਹਾਲਤ ਦਾ ਨਾਮ ਜਿਹੜਾ ਹੈ ਇਉਂ ਦੱਸ ਰਹੇ ਹਨ। ਸੋ ਸਮਝਾਉਣ ਦੇ ਵਾਸਤੇ ਵੀ ਅਗਿਆਨ ਉਹਦੇ ਫੁਰਨੇ ਤੋਂ ਪ੍ਰਗਟ ਹੋਇਆ, ਫੁਰਨਾ ਹੀ ਉਹਦਾ ਰੂਪ ਬਣ ਗਿਆ, ਅੱਗੇ ਸਾਰਾ ਕੁਝ ਵਿਸਥਾਰ ਹੋ ਗਿਆ। ਫਿਰ ਉਹ ਅਜੇ ਫੁਰਨਾ ਹੀ ਸੀ ਖਾਲੀ, ਅਜੇ ਬਾਕੀ ਕੁਝ ਨਹੀਂ ਸੀ ਬਣਿਆ। ਇਸ ਤਰ੍ਹਾਂ ਫਿਰ ਜਾਣਨਾ ਕਰੋ, ਅਵਿਆਕ੍ਰਿਤ ਕਹਿੰਦੇ ਹਨ ਜੋ ਵਿਕਾਰ ਨੂੰ ਪ੍ਰਾਪਤ ਨਹੀਂ ਹੋਇਆ, ਜੋ ਸਦਾ ਆਪਣੀ ਅਸਲੀ ਹਾਲਤ ਵਿੱਚ ਰਹੇ, ਦੇ ਬਿਨਾ ਨਿਰਾਕਾਰ।
ਇਹ ਅਵਿਆਕ੍ਰਿਤ ਦਾ ਅਰਥ ਹੋ ਗਿਆ। ਗੁਣ ਅਵਿਅਕਤ ਨਾਮ ਪੀਤਾ ਹੈ। ਇਸੇ ਦਾ ਨਾਂ ਅਵਿਅਕਤ ਵੀ ਹੈ। ਸਾਮਿ ਅਵਸਥਾ ਪ੍ਰਥਮ ਇਹੀ ਹੈ। ਇਹ ਪਹਿਲੀ ਅਵਸਥਾ ਹੈ। ਸਾਮਿ ਅਵਸਥਾ ਬਰਾਬਰ ਸਮਤੋਲ ਇੱਕੋ ਜਿਹੀ। ਇਹ ਉਹਦੀ ਬ੍ਰਹਮ ਦੀ ਅਵਸਥਾ ਹੈ। ਜਦੋਂ ਉਹਨੂੰ ਫੁਰਨਾ ਫੁਰਿਆ ਤੇ ਬਾਕੀ ਕੁਝ ਨਹੀਂ ਹੋਇਆ, ਕੋਈ ਆਕਾਰ ਨਹੀਂ, ਕੋਈ ਕੁਝ ਨਹੀਂ। ਇਹਨੂੰ ਅਵਿਆਕ੍ਰਿਤ ਕਹਿੰਦੇ ਹਨ। ਵੇਦਨ ਆਦ ਸੰਤ ਸਭ ਪ੍ਰਾਹੇ। ਹੁਣ ਇਸ ਅਵਸਥਾ ਨੂੰ ਅਵਿਆਕ੍ਰਿਤ ਸੰਤ ਵੀ ਕਹਿੰਦੇ ਹਨ ਕਿ ਜਿੰਨੇ ਵੀ ਰੂਹਾਨੀ ਗਿਆਨ ਦੇ ਗ੍ਰੰਥ ਹਨ ਉਹ ਵੀ ਇਹ ਗੱਲ ਕਹਿੰਦੇ ਹਨ। ਇੱਥੇ ਹੁਣ ਸਮਾਂ ਸਮਾਪਤ ਹੋ ਗਿਆ। ਬੜੀ ਸੂਖਮ ਵਿਚਾਰ ਹੈ, ਕਿਉਂਕਿ ਕੋਸ਼ਿਸ਼ ਕੀਤੀ ਹੈ ਵੀ ਜ਼ਿਆਦਾ ਵਿਆਖਿਆ ਨਾ ਕੀਤੀ ਜਾਵੇ ਤੇ ਥੋੜ੍ਹੀ ਵਿਆਖਿਆ ਦੇ ਵਿੱਚ ਸੌਖੇ ਤੋਂ ਸੌਖੀ ਗੱਲ ਸਮਝ ਆ ਜਾਵੇ। ਇਹ ਕੋਸ਼ਿਸ਼ ਕੀਤੀ ਹੈ। ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਵੀ ਇਹ ਜਿਹੜਾ ਗਿਆਨ ਹੈ ਇਹ ਸੁਣਨ ਦਾ ਇੰਨਾ ਮਹਾਤਮ ਹੈ ਵੀ ਬੰਦਾ ਭਵਸਾਗਰ ਦੇ ਚੱਕਰ ਤੋਂ ਬਚ ਜਾਂਦਾ, ਜਨਮ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ। ਇਹ ਗਿਆਨ ਐਸਾ ਹੈ, ਪਰ ਬੜੇ ਧਿਆਨ ਦੇ ਨਾਲ ਸੁਣਨਾ ਕਿ ਜਦੋਂ ਸਮਝ ਆ ਜਾਵੇ ਫਿਰ ਤਾਂ ਉਹਦੀ ਰੀਸ ਹੀ ਨਹੀਂ। ਪਰ ਸਮਝਣੀ ਕੋਈ ਔਖੀ ਗੱਲ ਨਹੀਂ ਹੈ। ਐਸਾ ਕੋਈ ਵੀ ਕੰਮ ਨਹੀਂ ਜੋ ਅਸੀਂ ਨਹੀਂ ਕਰ ਸਕਦੇ, ਪਰ ਧਿਆਨ ਦੇਣ ਦੀ ਲੋੜ ਹੈ ਉਧਰ। ਐਸੀ ਕੋਈ ਗੱਲ ਨਹੀਂ ਜੋ ਸਾਡੀ ਸਮਝ ਵਿੱਚ ਨਾ ਆ ਸਕੇ, ਜੋ ਸਮਝ ਨਾ ਸਕੀਏ, ਪਰ ਜਦੋਂ ਤੁਹਾਡਾ ਧਿਆਨ ਇਕਾਗਰ ਹੋਏਗਾ, ਜੁੜੇਗਾ, ਤੁਸੀਂ ਆਪੇ ਸਮਝ ਜਾਓਗੇ। ਪਰ ਇਹ ਬ੍ਰਹਮ ਵਿਦਿਆ ਹੈ, ਇਹਦਾ ਬਹੁਤਾ ਹੀ ਲਾਭ ਹੈ। ਭਾਈ ਦਇਆ ਸਿੰਘ ਜੀ ਨੇ ਦੱਸਿਆ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਹੜਾ ਇਹ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਕੀ ਪਰਮਗਤ ਹੋਏ। ਹੁਣ ਗੁਰਬਾਣੀ ਵਿੱਚ ਵੀ ਕਹਿ ਦਿੱਤਾ ਹੈ। ਇਹ ਬ੍ਰਹਮ ਵਿਚਾਰ ਨੂੰ ਜਿਹੜਾ ਕੋਈ ਆਪਣੇ ਅੰਦਰ ਵਿਚਾਰੇਗਾ, ਸਮਝੇਗਾ, ਉਹਨੂੰ ਪਰਮ ਗਤੀ ਮੁਕਤੀ ਮਿਲ ਜਾਏਗੀ, ਕੇਵਲ ਮੁਕਤੀ। ਐਸੀ ਇਹ ਵਿਦਿਆ, ਐਸਾ ਇਹ ਗਿਆਨ ਹੈ। ਅਗਲੀ ਵਿਚਾਰ ਆਪਾਂ ਗੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸੋ ਯਤਨ ਹੈ ਕਿ ਸਾਰੀ ਗੱਲ ਸਮਝ ਵਿੱਚ ਆਉਂਦੀ ਜਾਵੇ। ਸਮਝ ਵਿੱਚ ਆਈ ਹੋਏਗੀ ਬਹੁਤੀਆਂ ਗੁਰਸਿੱਖਾਂ ਜਿਨ੍ਹਾਂ ਨੇ ਧਿਆਨ ਦੇ ਨਾਲ ਸੁਣਿਆ। ਸਤਿਗੁਰੂ ਸਾਨੂੰ ਹੋਰ ਸਮੱਤ ਬਖਸ਼ਣ, ਇਕਾਗਰਤਾ ਬਖਸ਼ਣ, ਤਾਂ ਕਿ ਇਹ ਵਿਚਾਰ ਸਾਡੀ ਸਮਝ ਵਿੱਚ ਆ ਸਕੇ। ਆਮ ਕਰਕੇ ਜਿਹੜੀ ਵਿਚਾਰ ਹੈ ਇਹ ਸਾਰੇ ਹੀ ਕਥਾਵਾਚਕ ਗਿਆਨੀ ਇਹਨੂੰ ਛੱਡ ਜਾਂਦੇ ਹਨ। ਆਉਂਦੀ ਤਾਂ ਸਾਰੇ ਹੈ ਪਰ ਇਹਨੂੰ ਛੱਡ ਜਾਂਦੇ ਹਨ। ਸੰਨ 1982-83 ਦੀ ਗੱਲ ਹੈ। ਉੱਥੇ ਇਹ ਕਥਾ ਆ ਗਈ ਤੇ ਸ਼ਾਮ ਦੀ ਕਥਾ ਉੱਥੇ ਸੰਤ ਨਿਰੰਜਨ ਸਿੰਘ ਜੀ ਕਰਦੇ ਸਨ। ਬੜੇ ਵਿਦਵਾਨ ਸਨ, ਉੱਚ ਕੋਟੀ ਦੇ ਬੰਦਗੀ ਵਾਲੇ ਵੀ ਸਨ। ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਦਾਸ ਦੀ ਡਿਊਟੀ ਲੱਗ ਗਈ। ਤੇ ਦਾਸ ਨਾਲ ਪੋਥੀ ਪੜ੍ਹਦੇ ਸਨ ਭਾਈ ਸਵਿੰਦਰ ਸਿੰਘ ਜੀ, ਹੁਣ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਪਟਿਆਲੇ ਤੋਂ। ਉਹ ਪੋਥੀ ਪੜ੍ਹਦੇ ਸਨ। ਉਹ ਕਹਿਣ ਲੱਗੇ ਵੀ ਸਿੰਘ ਸਾਹਿਬ ਹੁਣ ਮਹਾਂਪੁਰਸ਼ ਦਾ ਇਹ ਕਥਾ ਨਹੀਂ ਕਰਦੇ, ਉਹ ਤਾਂ ਛੱਡ ਜਾਂਦੇ ਹਨ, ਤੁਸੀਂ ਦੱਸੋ। ਦਾਸ ਦੀ ਉਮਰ ਵੀ ਉਦੋਂ ਥੋੜ੍ਹੀ ਸੀ, ਕਿੰਨੇ ਸਾਲ ਹੋ ਗਏ, 34-35 ਸਾਲ ਦਾ ਸਮਾਂ ਤਕਰੀਬਨ ਹੋ ਚੱਲਿਆ ਹੈ, ਬਹੁਤ ਲੰਮਾ ਸਮਾਂ। ਕਹਿੰਦੇ ਵੀ ਤੁਸੀਂ ਕਰ ਲਓਗੇ, ਨਹੀਂ ਤਾਂ ਆਪਾਂ ਛੱਡ ਕੇ 6ਵੀਂ ਰੁੱਤ ਅੱਗੇ ਸ਼ੁਰੂ ਕਰਦੇ, 5ਵੀਂ ਰੁੱਤ ਇੱਥੋਂ ਸਾਰੀ ਛੱਡ ਦਿੰਦੇ ਹਾਂ। ਕਿਉਂਕਿ ਅੱਗੇ ਕਵੀਆਂ ਦੀ ਜਿਹੜੀ ਸੰਵਾਦ ਹੈ, ਕਵੀਆਂ ਨੇ ਉਸਤਤ ਕਰਨੀ 10ਵੇਂ ਪਾਤਸ਼ਾਹ ਦੀ, ਉਹ ਵੀ ਕਾਫੀ ਔਖੀ ਹੈ। ਇਹ ਤਾਂ 10 ਤੇ 50 ਤੱਕ ਔਖੇ ਹਨ ਹੀ, ਅੱਗੇ ਵੀ ਹੋਰ ਜਿਹੜੇ ਕਵੀਆਂ ਦੇ ਉਸਤਤ ਦੇ ਹਨ ਕਵਿੱਤ, ਉਹ ਵੀ ਬੜੇ ਔਖੇ ਹਨ ਵੀ ਆਪਾਂ ਸਾਰਾ ਹੀ ਛੱਡ ਦਈਏ। ਦਾਸ ਨੇ ਬੇਨਤੀ ਕੀਤੀ ਵੀ ਕਲਗੀਧਰ ਪਾਤਸ਼ਾਹ ਜੇ ਕਿਰਪਾ ਕਰਨਗੇ
ਆਪਾਂ ਸ਼ੁਰੂ ਕਰ ਲੈਂਦੇ ਹਾਂ, ਉਹਨਾਂ ਦੀ ਕਿਰਪਾ ਹੋਈ ਤੇ ਹੋ ਜਾਏਗੀ। ਸੋ ਕਿਰਪਾ ਹੋ ਗਈ, ਦਸਵੇਂ ਪਾਤਸ਼ਾਹ ਦੀ ਮਿਹਰ ਹੋ ਗਈ ਤੇ 10 ਤਿਉਹਾਰ ਤੇ 3 ਮਹੀਨੇ ਲੱਗ ਗਏ ਇਹਦੀ ਵਿਆਖਿਆ ਤੇ। ਹੁਣ ਸਮਾਂ ਤਾਂ ਲੱਗ ਜਾਂਦਾ ਹੈ, ਪਰ ਇੱਥੇ ਕੋਸ਼ਿਸ਼ ਹੈ ਦਾਸ ਦੀ ਵੀ ਬਹੁਤਾ ਸਮਾਂ ਨਾ ਲੱਗੇ, ਕਿਉਂਕਿ ਇੱਥੇ ਹੁਣ ਸੰਗਤ 2 ਦਿਨ 3 ਦਿਨ ਰਹਿਣ ਵਾਲੀ ਮੁੜ ਕੇ ਚਲੀ ਜਾਣ ਵਾਲੀ ਹੈ, ਫਿਰ ਦੂਜੀ ਸੰਗਤ ਆ ਜਾਂਦੀ ਹੈ। ਉੱਥੇ ਰੋਜ਼ ਦੀ ਸੰਗਤ ਸੀ, ਰੋਜ਼ ਸੁਣਨ ਵਾਲੇ ਸਨ, ਉਹ ਫਿਰ ਨਾਗਾ ਨਹੀਂ ਸੁਣ ਪਾਉਂਦੇ। ਇਸ ਕਰਕੇ ਉੱਥੇ ਵਿਆਖਿਆ ਜਿੰਨੀ ਜ਼ਿਆਦਾ ਕਰੀਦੀ ਸੀ ਉਨੀ ਜ਼ਿਆਦਾ ਉਹਨਾਂ ਦੀ ਸਮਝ ਵਿੱਚ ਆਉਂਦੀ ਸੀ ਤੇ ਬੜੇ ਵਿਦਵਾਨ ਲੋਕ ਉੱਥੇ ਸੁਣਦੇ, ਬੜੇ ਬੜੇ ਰਿਟਾਇਰ, ਕੋਈ ਜੱਜ, ਕੋਈ ਬੜੇ ਬੜੇ ਅਫਸਰ, ਵੱਡੇ ਵੱਡੇ IAS IPS, ਉਹ ਸਾਰੇ ਉੱਥੇ ਆਇਆ ਕਰਦੇ। ਸ਼ਾਮ ਦੀ ਕਥਾ ਉੱਥੇ ਦੁੱਖ ਨਿਵਾਰਨ ਸਾਹਿਬ ਪਟਿਆਲੇ ਅਜੇ ਵੀ ਬੜਾ ਇਕੱਠ ਹੁੰਦਾ ਹੈ। ਸੁਰੋ ਵਿਚਾਰ। ਸੋ ਹੁਣ ਸਤਿਗੁਰੂ ਜੀ ਜਿਵੇਂ ਸੋਝੀ ਦੇਣਗੇ, ਕੋਸ਼ਿਸ਼ ਤਾਂ ਦਾਸ ਦੀ ਅੱਜ ਸੇ ਵੀ 21 ਪੌੜੀਆਂ ਤੱਕ ਕਰ ਦੇਣੀ ਹੈ, ਪਰ 7 ਪੌੜੀਆਂ ਤੱਕ ਹੀ ਮਸਾਂ ਪਹੁੰਚਿਆ ਗਿਆ ਹੈ। ਸਤਿਗੁਰੂ ਜੀ ਰਹਿਮਤ ਕਰਨ, ਜਿਵੇਂ ਜਿਵੇਂ ਦਸ਼ਮੇਸ਼ ਪਿਤਾ ਸੋਝੀ ਦੇਣਗੇ, ਉਵੇਂ ਉਵੇਂ ਬ੍ਰਹਮ ਵਿਚਾਰ ਜਿਹੜੀ ਹੈ ਇਹਦੀ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਸੁਮਤ ਹਰ ਹਰ ਨਾਮ ਜਪੰਦਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਆਂਦੇ ਮਿਲੈ ਗੋਪਾਲ। ਤਿਸਰੀ ਕੋ ਅਭਿਆਕ੍ਰਿਤ ਕਹੀਐ, ਪੂਰਨ ਅਭਿਅਗਤ ਨਾਮ ਭੀਤਾ ਹੈ, ਸਾਮਿ ਅਵਸਥਾ ਪ੍ਰਥਮ ਇਹੀ ਹੈ, ਵੇਦਨ ਆਦ ਸੰਤ ਸਭ ਪ੍ਰਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ